प्रधानमंत्री साहब दे जरूर जिक्र होया मीडिया विच इस वेले पूरी गल चल रही आ बई ये टीका जिहड़ा पुडुचेरी दी नर्स ने लाया। पुडुचेरी ही क्यों? सवाल इस करके भी उठदा आ। अच्छा ठीक है, गल ये है ना, सवाल इसे करके भी आ भी पुडुचेरी भी क्यों? सही स्थिति ते सही शब्द और सही बंदे दा इस्तेमाल करना ये प्रधानमंत्री मोदी तो इलावा होर कोई नहीं जान सकता। जो करना केंद्र ने ही करना, केंद्र अपने तौर पर करे, सूबे अपने तौर पर करे। लोगों का क्यों कचूमर कढ़ रहे आ? ये सियासतदान आप दी सियासत चमकाउण लई एक दूजे ते दूषणबाजी तक ही रहिंदे आ। पंजाबी नैशनल टीवी देख रहे दर्शकों ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਨਾ ਮੁੱਦਿਆਂ ਤੇ ਕਰਨੀ ਹੈ ਗੱਲਬਾਤ। ਪ੍ਰਧਾਨ ਮੰਤਰੀ ਨੇ ਲਵਾਇਆ ਕਰੋਨਾ ਟੀਕਾ। ਪੰਜਾਬ 'ਚ ਵੱਧਦੇ ਮਾਮਲਿਆਂ ਤੇ ਨਵੀਆਂ ਪਾਬੰਦੀਆਂ ਕਿਹੜੀਆਂ? ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਕਿਉਂ ਲਾਏ ਗੰਭੀਰ ਦੋਸ਼? ਟਿਕੈਤ ਨੇ ਹੁਣ ਕੀ ਆਖਿਆ ਤੇ ਕਾਂਗਰਸ ਦੇ ਨਾਰਾਜ਼ ਆਗੂਆਂ ਦੀ ਕੀ ਹੈ ਰਣਨੀਤੀ ਅਗਲੀ? ਇਹਨਾਂ ਮੁੱਦਿਆਂ ਤੋਂ ਇਲਾਵਾ ਹੋਰ ਵੀ ਮੁੱਦੇ ਵਿਚਾਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਤੇ ਅੱਜ ਦੇ ਪ੍ਰੋਗਰਾਮ 'ਚ ਮੁੱਦਿਆਂ ਤੇ ਵਿਚਾਰ ਸਾਂਝੇ ਕਰਨ ਲਈ ਹਾਜ਼ਰ ਨੇ ਸਾਡੇ ਨਾਲ ਮਹਿਮਾਨ ਅਵਤਾਰ ਸਿੰਘ ਸ਼ੇਰਗਿੱਲ ਜੀ। ਅਵਤਾਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਦੇ ਪ੍ਰੋਗਰਾਮ 'ਚ। शुक्रिया जी। ਤੇ ਪਹਿਲੇ ਮੁੱਦੇ ਵੱਲ ਆਈਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਕਾ ਲਵਾ ਕੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ ਕਿ ਆਮ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕੀਤਾ ਹੈ ਕਿ ਟੀਕਾ ਲਗਾਉਣਾ ਜ਼ਰੂਰੀ ਹੈ। परमिंदर जी, आखिर प्रधानमंत्री साहब ने टीका लगवा ही लिया। देखो वो भी समा सी जदों जनवरी 2020 ਦੇ ਵਿੱਚ ਕਰੋਨਾ ਦੀ ਆਮਦ ਹੁੰਦੀ ਆ ਭਾਰਤ ਵਿੱਚ ਜੀ। ਵਿਦੇਸ਼ੀ ਬਿਮਾਰੀ ਸੀਗੀ ਜਿਹੜੀ ਕਿ ਭਾਰਤ ਵਿੱਚ ਆ ਕੇ ਇੰਨੀ ਕੁ ਫੈਲ ਗਈ ਵੀ ਸਾਲ ਹੋ ਗਿਆ ਇਹਦੇ ਨਾਲ ਜੂਝਦਿਆਂ ਨੂੰ। ਜੀ। ਉਦੋਂ ਤੋਂ ਹੀ ਇਹਦੀ ਜਿਹੜੀ ਕਿਆਸ ਔਰ ਸੰਭਾਵਨਾਵਾਂ ਤੇ ਫਿਕਰ ਇੰਨਾ ਕੁ ਸੀਗਾ ਵੀ ਟੀਕਾ ਇਹਦਾ ਕਦੋਂ ਆਊਗਾ ਤੇ ਕਰੋਨੇ ਨਾਲ ਕਦੋਂ ਨਿਜਾਤ ਮਿਲੂਗੀ ਦੇਸ਼ ਨੂੰ। ਜੀ। ਹੌਲੀ ਹੌਲੀ ਸਮਾਂ ਲੰਘਦਾ ਗਿਆ। ਪਹਿਲਾਂ 6 ਮਹੀਨੇ ਕਿਹਾ, ਫਿਰ 8 ਮਹੀਨੇ, ਫਿਰ 9 ਮਹੀਨੇ, ਹੌਲੀ ਹੌਲੀ ਆ ਕੇ ਜਨਵਰੀ ਦੀ 30 ਵਿੱਚ ਟੀਕੇ ਦਾ ਇਜਾਦ ਹੋ ਗਿਆ। ਜੀ। ਔਰ ਉਹਦਾ ਪਹਿਲਾ ਪੜਾਅ ਜਿਹੜਾ ਲੱਗਣਾ ਸ਼ੁਰੂ ਹੋ ਗਿਆ। ਪਹਿਲੇ ਪੜਾਅ ਦਾ 2 ਡੋਜ਼ ਵੀ ਲੱਗ ਗਏ, ਦੂਜਾ ਡੋਜ਼ ਵੀ ਲੱਗ ਗਿਆ ਕਿਉਂਕਿ ਜਿਹੜਾ ਟੀਕਾ ਭਾਰਤ ਦਾ ਬਣਿਆ ਉਹਦੇ ਲਈ 2 ਡੋਜ਼ ਜ਼ਰੂਰੀ ਆ 28 ਦਿਨਾਂ ਦੇ ਵਕਫੇ ਦੇ ਵਿੱਚ। ਉਸ ਤੋਂ ਬਿਨਾਂ ਉਹ ਕਾਰਗਰ ਸਾਬਤ ਨਹੀਂ ਹੋਇਆ ਕਿਉਂਕਿ ਟਰਾਇਲ ਵਿੱਚ ਹੀ ਇਹਨਾਂ ਨੇ ਦੇਖ ਲਿਆ ਸੀਗਾ। ਹੁਣ ਉਹਦੇ ਜਿਹੜੇ 2 ਡੋਜ਼ ਵਾਲੇ ਪਹਿਲੇ ਪੜਾਅ ਦੇ ਵਿੱਚ ਤੋਂ ਖਤਮ ਹੋ ਗਿਆ ਕੰਮ। ਦੂਜਾ ਪੜਾਅ ਜਿਹੜਾ ਸ਼ੁਰੂ ਕਰਨਾ ਸੀ ਉਹ 1 ਮਾਰਚ ਤੋਂ ਭਾਵ ਅੱਜ ਤੋਂ ਸ਼ੁਰੂ ਕਰਨਾ ਸੀ, ਜਿਹਦੇ ਵਿੱਚ 60 ਸਾਲ ਤੋਂ ਉਮਰ ਦੇ ਜਿਹੜੇ ਬੰਦੇ ਆ ਉਹ ਲੈਣੇ ਸੀਗੇ, ਪਲੱਸ 45 ਔਰ 60 ਦੀ ਉਮਰ ਦੇ ਵਿਚਕਾਰ ਜਿਨ੍ਹਾਂ ਨੂੰ ਗੰਭੀਰ ਬਿਮਾਰੀਆਂ ਆ ਉਹਨਾਂ ਨੂੰ ਵਿੱਚ ਲੈ ਕੇ ਇਹ ਸ਼ਾਮਲ ਕਰਨਾ ਸੀ, ਜਿਹਦੇ ਗਿਣਤੀ ਘੱਟੋ ਘੱਟ ਅੰਦਾਜ਼ਾ ਆ ਵੀ 27 ਕਰੋੜ ਦੀ ਆਬਾਦੀ ਬਣਦੀ ਆ। ਜੀ। ਔਰ ਕਿਸੇ ਨੂੰ ਇਹ ਪਤਾ ਵੀ ਨਹੀਂ ਸੀਗਾ ਵੀ ਜਦੋਂ ਅੱਜ ਦੂਜਾ ਪੜਾਅ ਸ਼ੁਰੂ ਹੋਣਾ ਤੇ ਪ੍ਰਧਾਨ ਮੰਤਰੀ ਸਾਹਿਬ ਟੀਕਾ ਲਗਵਾਉਣਗੇ। ਅਚਾਨਕ ਹੀ ਉਹ ਏਮਸ ਹਸਪੀਟਲ ਦੇ ਵਿੱਚ ਉਹਨਾਂ ਨੇ ਜਾ ਕੇ ਭਾਰਤ ਦਾ ਬਣਿਆ ਹੋਇਆ ਬਾਇਓਟੈਕ ਜਿਹੜਾ ਦੀ ਕੰਪਨੀ ਦਾ ਕੋਵੈਕਸਿਨ ਟੀਕਾ ਲਗਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਜੀ। ਇੱਕ ਤਾਂ ਹੁੰਦਾ ਨਾ ਵੀ ਪਹਿਲਾਂ ਐਲਾਨ ਕੀਤਾ ਹੁੰਦਾ ਵੀ ਦੇਖੋ ਕੱਲ ਨੂੰ ਪ੍ਰਧਾਨ ਮੰਤਰੀ ਹੋਰਾਂ ਨੇ ਟੀਕਾ ਲਗਵਾਉਣਾ ਆ। ਐਲਾਨ ਤੋਂ ਪਹਿਲਾਂ 10-15 ਦਿਨ ਕਹਿ ਚੁੱਕੇ ਸੀਗੇ ਵੀ ਨਵੇਂ ਪੜਾਅ ਦੇ ਵਿੱਚ ਪ੍ਰਧਾਨ ਮੰਤਰੀ ਵੀ ਟੀਕਾ ਲਗਵਾਉਣਗੇ, ਸੂਬਿਆਂ ਦੇ ਮੁੱਖ ਮੰਤਰੀ ਵੀ ਲਗਵਾਉਣਗੇ ਤੇ ਹੋਰ ਜਿਹੜੇ ਸਾਰੇ ਆਗੂ ਆ ਜਾਂ MP ਆ ਜਾਂ ਲੀਡਰ ਆ ਉਹ ਵੀ ਲਗਵਾਉਣਗੇ। ਪਰ ਇਹ ਨਹੀਂ ਸੀ ਪਤਾ ਵੀ 1 ਤਰੀਕ ਨੂੰ ਹੀ ਉਹਨਾਂ ਨੇ ਲਗਵਾ ਲੈਣਾ। ਇਹ ਇੱਕ ਤਰੀਕੇ ਨਾਲ ਜਿਹੜੀ ਉਹਨਾਂ ਦਾ ਇੱਕ ਹੈ ਨਾ ਸਰਪ੍ਰਾਈਜ਼ ਦੇਣ ਦੀ ਰਣਨੀਤੀ ਜਿਹੜੀ ਹੁੰਦੀ ਆ ਵੀ ਹਮੇਸ਼ਾ ਹੀ ਇੱਕ ਮਾਸਟਰ ਸਟ੍ਰੋਕ ਖੇਲਦੇ ਹੁੰਦੇ ਆ ਪ੍ਰਧਾਨ ਮੰਤਰੀ ਸਾਹਿਬ। ਉਹ ਉਹਨਾਂ ਨੇ ਅੱਜ ਮਾਸਟਰ ਸਟ੍ਰੋਕ ਖੇਲ ਕੇ ਤਾਂ ਸ਼ੁਰੂਆਤ ਸਵੇਰ ਵੇਲੇ ਹੀ ਟੀਕਾ ਲਗਵਾ ਕੇ ਤਾਂ ਸਾਰਿਆਂ ਨੂੰ ਸ਼ਾਂਤ ਕਰ ਦਿੱਤਾ, ਵਿਰੋਧੀ ਧਿਰਾਂ ਨੂੰ ਖਾਸ ਕਰਕੇ। ਦੇਖੋ ਇਹਦੇ ਲਈ ਬਹੁਤ ਸਵਾਲ ਉੱਠੇ ਸੀ ਜਦੋਂ ਭਾਰਤ ਵਿੱਚ ਐਮਰਜੈਂਸੀ ਯੂਜ਼ ਦੀ ਮਨਜ਼ੂਰੀ ਦਿੱਤੀ ਗਈ ਸੀ ਬਾਇਓਟੈਕ ਵਾਲੀ ਨੂੰ ਤੇ ਸੀਰਮ ਇੰਸਟੀਚਿਊਟ ਵਾਲਿਆਂ ਨੂੰ। ਉਹ ਦੋਹਾਂ ਕੰਪਨੀਆਂ ਦਾ ਵੀ ਆਪਸ 'ਚ ਵਿਵਾਦ ਸੀਗਾ, ਉਹਨੂੰ ਲੈ ਕੇ ਸਵਾਲ ਵੀ ਉੱਠੇ ਸੀਗੇ ਵੀ ਇਹਨਾਂ ਨੇ ਤੀਜਾ ਟਰਾਇਲ ਨਹੀਂ ਕੀਤਾ, ਡਾਟਾ ਨਹੀਂ ਦੱਸਿਆ। ਜੋ ਵੀ ਸੋ ਵਿਰੋਧੀ ਧਿਰ ਵਾਲਿਆਂ ਨੇ ਬਹੁਤ ਜ਼ਿਆਦਾ ਜਿਹੜਾ ਪ੍ਰਚਾਰ ਜਿਹੜਾ ਦੁਸ਼ਪ੍ਰਚਾਰ ਕੀਤਾ ਔਰ ਨਾਲ ਦੀ ਨਾਲ ਕਾਂਗਰਸ ਵਾਲਿਆਂ ਨੇ ਇਹ ਵੀ ਕਿਹਾ ਸੀਗਾ ਵੀ ਬਾਕੀ ਦੇਸ਼ਾਂ ਦੇ ਜਿਹੜੇ ਮੁਖੀ ਆ ਚਾਹੇ ਰਾਸ਼ਟਰਪਤੀ ਆ ਚਾਹੇ ਪ੍ਰਧਾਨ ਮੰਤਰੀ ਆ ਉਹ ਸਭ ਤੋਂ ਪਹਿਲਾਂ ਟੀਕਾ ਲਗਵਾਉਂਦੇ ਆ ਤਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਦੋਂ ਲਗਵਾਉਣਗੇ। ਖੈਰ ਇਹਨਾਂ ਦੀ ਆਪਣੀ ਸਟ੍ਰੈਟਜੀ ਸੀਗੀ ਵੀ ਪਹਿਲਾਂ ਅਸੀਂ ਜਿਹੜੇ ਫਰੰਟ ਲਾਈਨਰ ਕੰਮ ਕਰਦੇ ਆ ਜਿਨ੍ਹਾਂ ਦੇ ਵਿੱਚ ਨਰਸਾਂ ਆ, ਸਫਾਈ ਸੇਵਕ ਆ, ਡਾਕਟਰ ਆ, ਉਹਨਾਂ ਨੂੰ ਲਗਵਾਉਣੇ ਟੀਕੇ। ਉਹਨਾਂ ਦੀ ਵਾਰੀ ਚੱਲਦੀ ਪਈ ਆ। ਘੱਟੋ ਘੱਟ 1.25 ਕਰੋੜ ਤੱਕ ਤਾਂ ਟੀਕਾਕਰਨ ਹੋ ਚੁੱਕਾ ਆ।
ਭਾਰਤ ਵਿੱਚ। ਹੁਣ ਨਾਲ ਦੀ ਨਾਲ ਜਦੋਂ ਹੁਣ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਆਊਗੀ, ਜਦੋਂ ਨਿੱਜੀ ਹਸਪਤਾਲਾਂ ਨੂੰ ਇਹਨਾਂ ਨੇ ਖੁੱਲ੍ਹ ਦੇਤੀ ਆ, ਜਿਹਦੀ ਕੀਮਤ 250 ਰੁਪਈਆ ਰੱਖੀ ਗਈ ਆ। ਸਰਕਾਰੀ ਹਸਪਤਾਲਾਂ 'ਚ ਤਾਂ ਫ੍ਰੀ ਆ, ਪਰ ਸਰਕਾਰੀ ਤੌਰ ਤੇ ਪੂਰੀ ਤਰ੍ਹਾਂ ਟੀਕਾਕਰਨ ਕਾਮਯਾਬ ਉਨਾ ਨਹੀਂ ਸੀ ਹੋਣਾ ਜਿੰਨਾ ਹੁਣ ਨਿੱਜੀ ਹਸਪਤਾਲਾਂ ਨੂੰ ਦੇ ਕੇ ਹੋਣਾ ਆ, ਕਿਉਂਕਿ ਇਹਦੇ ਨਾਲ ਗਿਣਤੀ ਵੀ ਵਧੂਗੀ ਤੇ ਲੋਕਾਂ ਦਾ ਜਿਹੜਾ ਰਸ਼ ਆ ਸਰਕਾਰੀ ਹਸਪਤਾਲਾਂ ਤੋਂ ਵੀ ਘਟੂਗਾ। ਬੇਸ਼ੱਕ ਉਹਦੀ ਕੀਮਤ ਚਾਹੇ 250 ਰੱਖੀ ਆ ਇੱਕ ਡੋਜ਼ ਦੀ, 2 ਡੋਜ਼ ਲਗਵਾਉਣੀ ਆ 500 ਰੁਪਏ 'ਚ ਟੀਕਾ ਲੱਗ ਜਾਊਗਾ। ਕਰੋਨਾ ਵਰਗੀ ਮਹਾਮਾਰੀ ਦੇ ਮੂਹਰੇ ਇਹ ਨੋਮੀਨਲ ਜੀ ਪ੍ਰਾਈਸ ਆ, ਜੋ ਮਹਾਮਾਰੀ ਦਾ ਜਿਸ ਤਰ੍ਹਾਂ ਦਾ ਉਹਦਾ ਭਿਆਨਕ ਦੌਰ ਚੱਲਦਾ ਪਿਆ। ਤੇ ਅਵਤਾਰ ਜੀ 250 ਰੁਪਏ ਦੀ ਗੱਲ ਕੀਤੀ ਤੇ ਕੰਪਨੀਆਂ ਨਾਰਾਜ਼ ਨਜ਼ਰ ਆ ਰਹੀਆਂ ਨੇ ਵੀ ਇਹ ਬੜੀ ਥੋੜੀ ਕੀਮਤ ਤੈਅ ਕੀਤੀ ਹੈ ਸਰਕਾਰ ਨੇ। ਨਹੀਂ, ਇਹਦੇ ਵਿੱਚ ਸਰਕਾਰ ਨੇ ਦਿੱਤੀ ਆ ਕੀਮਤ। ਹੋ ਸਕਦਾ ਸਰਕਾਰ ਉਹਨਾਂ ਨੂੰ ਸਬਸਿਡੀ ਆਪਣੇ ਤੌਰ ਤੇ ਦੇਵੇ, ਕਿਉਂਕਿ ਸ਼ੁਰੂਆਤ ਵਿੱਚ ਤਾਂ ਰੌਲਾ ਇਹੀ ਪਿਆ ਸੀ ਕਿ ਭਾਰਤ ਪੂਰੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਫ੍ਰੀ ਟੀਕਾ ਲਗਵਾਏਗਾ, ਔਰ WHO ਦੀ ਵੀ ਇੱਕ ਨੋਰਮ ਹੁੰਦਾ ਵੀ ਜਦੋਂ ਇਹੋ ਜਿਹੀ ਕੋਈ ਮਹਾਮਾਰੀ ਫੈਲਦੀ ਆ ਤਾਂ ਦੇਸ਼ ਆਪਣੇ ਨਾਗਰਿਕਾਂ ਨੂੰ ਮੁਫਤ ਟੀਕਾ ਲਗਵਾਏਗਾ। ਪਰ ਨਿੱਜੀ ਹਸਪਤਾਲਾਂ ਨੂੰ ਇਸ ਕਰਕੇ ਦਿੱਤਾ ਗਿਆ ਵੀ ਇਹਦੀ ਜਿਹੜੀ ਇੰਨੀ ਕੁ ਕੀਮਤ ਉਹ ਵਸੂਲ ਸਕਣ, ਉਹਦੇ ਨਾਲ ਨਾਲ ਜੋ ਕੀਮਤ ਲਾਗਤ ਉਹਨਾਂ ਨੂੰ ਕੰਪਨੀ ਤੋਂ ਮਿਲਦੀ ਆ ਉਹ ਲੱਗਦਾ ਸਰਕਾਰ ਆਪ ਭਰਪਾਈ ਕਰੂਗੀ, ਜੋ ਇਹਨਾਂ ਨੇ ਇੱਕ ਜਿਹੜਾ ਫੰਡ ਰੇਜ਼ ਕੀਤਾ ਸੀ ਉਹਦੇ ਰਾਹੀਂ। ਬਾਕੀ ਦੇਸ਼ਾਂ ਨੂੰ ਵੀ ਭੇਜ ਰਹੇ ਆ। 20 ਲੱਖ ਡੋਜ਼ ਹੋਰ ਕੈਨੇਡਾ ਨੂੰ ਜਾ ਰਹੀ ਆ, ਉਸ ਤੋਂ ਪਹਿਲਾਂ ਵੀ ਗਈ ਆ। ਉਹਦੀ ਵੀ ਤਾਂ ਆਮਦਨ ਇਹਨਾਂ ਨੂੰ ਹੋਣੀ ਆ, ਬਹੁਤ ਵੱਡੇ ਪੱਧਰ ਤੇ ਹੋਣੀ ਆ। ਇਹਦੇ ਨਾਲ ਮੈਂ ਹੋਰ ਦੱਸ ਦਵਾਂ ਵੀ ਅਮਰੀਕਾ ਦੇ ਵਿੱਚ ਵੀ ਫਾਈਜ਼ਰ ਤੇ ਇੱਕ ਹੋਰ ਟੀਕਾ ਸੀ, ਦੋਵਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਤੀਜਾ ਹੁਣ ਜਿਹੜਾ ਆ ਜੌਨਸਨ ਐਂਡ ਜੌਨਸਨ ਕੰਪਨੀ ਦੇ ਟੀਕੇ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਆ। ਉੱਥੇ ਹੁਣ 3 ਟੀਕੇ ਹੋ ਗਏ ਲੱਗਣ ਵਾਲੇ, ਪਰ ਜੌਨਸਨ ਵਾਲਿਆਂ ਦੀ ਇੱਕ ਇਹ ਖਾਸੀਅਤ ਆ ਵੀ ਇਹਦੀ ਇੱਕ ਡੋਜ਼ ਹੀ ਕਾਫੀ ਆ। ਬੇਸ਼ੱਕ ਉਹਨਾਂ ਦੀ ਜਿਹੜੀ ਇਹਦੀ ਕਾਰਗਰਤਾ ਆ ਉਹ 66% ਦੀ ਹੀ ਦੱਸੀ ਆ ਕੰਪਨੀ ਨੇ, ਇਹ ਕਰੋਨਾ ਨੂੰ ਕਰਦੀ ਆ, ਪਰ ਇੱਕ ਡੋਜ਼ ਨਾਲ ਹੀ ਉਹਨੂੰ ਦੱਸਦੇ ਵੀ ਕਾਫੀ ਹੱਦ ਤੱਕ ਇਹ ਸਹੀ ਸਾਬਤ ਹੋਈ ਆ ਔਰ ਕਰੋਨਾ ਦੇ ਕੰਟਰੋਲ ਪਾਇਆ ਜਾ ਸਕਦਾ ਸੀ। ਹੁਣ ਇਹਦੇ ਵਿੱਚ ਇੱਕ ਗੱਲ ਜਿਹੜੀ ਨਵੀਂ ਆਈ ਆ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਟੀਕਾ ਲਗਵਾਉਣ ਦੇ, ਵੀ ਇਹਨਾਂ ਨੇ ਨਰਸ ਦਾ ਨਾਂ ਤੱਕ ਜ਼ਾਹਰ ਕਰ ਦਿੱਤਾ। ਉੱਥੇ ਕਹਿੰਦੇ ਵੀ ਪੁੱਡੂਚੇਰੀ ਦੀ ਨਰਸ ਆ, ਉਹਦਾ ਨਾਂ ਵੀ ਲਿਆ ਵੀ ਉਹਨੇ ਟੀਕਾ ਲਗਵਾਇਆ। ਦੇਖੋ ਟੀਕਾ ਜਦੋਂ 1.25 ਕਰੋੜ ਲੋਕਾਂ ਨੂੰ ਲੱਗ ਗਿਆ, ਉਹਨਾਂ ਵਿੱਚ ਏਮਸ ਦੇ ਡਾਇਰੈਕਟਰ ਵੀ ਸੀਗੇ, ਵੱਡੇ ਵੱਡੇ ਡਾਕਟਰ ਵੀ ਸੀਗੇ, ਉਹਨਾਂ ਨੂੰ ਕਿਹਨੇ ਟੀਕਾ ਲਾਇਆ ਕੁਝ ਨਹੀਂ ਪਤਾ। ਬਾਹਰਲੇ ਦੇਸ਼ਾਂ 'ਚ ਜੇ ਕਿਸੇ ਨੇ ਜੋ ਬਾਈਡਨ ਦੇ ਟੀਕਾ ਲਾਇਆ ਤਾਂ ਵੀ ਨਹੀਂ ਪਤਾ ਦੱਸਿਆ ਵੀ ਕਿਸ ਨਰਸ ਨੇ ਲਾਇਆ ਜਾਂ ਕਿਹੜੀ ਡਾਕਟਰ ਨੇ ਲਾਇਆ। ਫਿਰ ਪੁਤਿਨ ਨੇ ਲਵਾਇਆ, ਉਹਦਾ ਵੀ ਨਹੀਂ ਦੱਸਿਆ ਗਿਆ। ਪਰ ਪ੍ਰਧਾਨ ਮੰਤਰੀ ਸਾਹਿਬ ਦੇ ਜ਼ਰੂਰ ਜ਼ਿਕਰ ਹੋਇਆ ਮੀਡੀਆ ਵਿੱਚ, ਇਸ ਵੇਲੇ ਪੂਰੀ ਗੱਲ ਚੱਲ ਰਹੀ ਆ ਬਈ ਇਹ ਟੀਕਾ ਜਿਹੜਾ ਪੁੱਡੂਚੇਰੀ ਦੀ ਨਰਸ ਦਾ ਨੇ ਲਾਇਆ। ਪੁੱਡੂਚੇਰੀ ਹੀ ਕਿਉਂ, ਸਵਾਲ ਇਸ ਕਰਕੇ ਵੀ ਉੱਠਦਾ ਆ। ਅੱਛਾ, ਠੀਕ ਹੈ, ਗੱਲ ਇਹ ਨਾ, ਸਵਾਲ ਇਸੇ ਕਰਕੇ ਵੀ ਆ ਵੀ ਪੁੱਡੂਚੇਰੀ ਵੀ ਕਿਉਂ, ਕਿਉਂਕਿ ਆਉਂਦੇ ਸਮੇਂ ਦੇ ਵਿੱਚ 6 ਅਪ੍ਰੈਲ ਨੂੰ ਉੱਥੇ ਵੋਟਾਂ ਆ ਤੇ ਹਾਲੇ 2 ਦਿਨ ਪਹਿਲਾਂ ਹੀ ਚੋਣ ਕਮਿਸ਼ਨ ਨੇ ਐਲਾਨ ਕੀਤਾ 50 ਰਾਜਾਂ 'ਚ, ਤੇ ਹੋ ਸਕਦਾ ਉਹ ਪੁੱਡੂਚੇਰੀ ਦਾ ਜ਼ਿਕਰ ਖਾਸ ਕੀਤਾ ਆ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਇਸ ਗੱਲ ਨੂੰ ਜਾਣੇ ਜਾਂਦੇ ਆ ਵੀ ਜਦੋਂ ਕੋਈ ਇਹੋ ਜਿਹੀ ਮਾਹੌਲ ਹੋਵੇ ਆਲੇ ਦੁਆਲੇ ਵਾਲਾ, ਸਹੀ ਸਥਿਤੀ ਤੇ ਸਹੀ ਸ਼ਬਦ ਔਰ ਸਹੀ ਬੰਦੇ ਦਾ ਇਸਤੇਮਾਲ ਕਰਨਾ, ਇਹ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਹੋਰ ਕੋਈ ਨਹੀਂ ਜਾਣ ਸਕਦਾ। ਇਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਫਰਵਰੀ ਦੀ ਆਖਰੀ ਮਨ ਕੀ ਬਾਤ ਕੀਤੀ, ਉਹਦੇ ਵਿੱਚ ਵੀ ਉਹਨਾਂ ਨੇ ਪਾਣੀ ਦੀ ਸਾਂਭ ਸੰਭਾਲ ਬਾਰੇ ਦੱਸਿਆ ਵੀ ਪਾਣੀ ਬਹੁਤ ਜ਼ਰੂਰੀ ਆ। ਮਾਘ ਦੇ ਮਹੀਨੇ ਦੀ ਉਹਨਾਂ ਨੇ ਬੜੀ ਮਹੱਤਤਾ ਦੱਸੀ ਵੀ ਮਾਘ ਮਹੀਨਾ ਜਿਹੜਾ ਹੈ ਹੀ ਪਾਣੀ ਦੇ ਇੰਪੋਰਟੈਂਸ ਵਾਲਾ ਆ। ਨਾਲ ਦੀ ਨਾਲ ਉਹਨਾਂ ਨੇ ਸੰਤ ਰਵਿਦਾਸ ਹੋਣਾ ਦੇ ਵੀ ਦੂਜੀਆਂ ਪ੍ਰਾਪਤੀਆਂ ਔਰ ਉਹਨਾਂ ਦੇ ਆਦਰਸ਼ਾਂ ਤੇ ਚੱਲਣ ਦੀ ਜਿਹੜੀ ਅਪੀਲ ਕੀਤੀ ਆ। ਪਲੱਸ ਉਹਨਾਂ ਨੇ ਇੱਕ ਗੱਲ ਹੋਰ ਕਹੀ ਵੀ ਮੈਨੂੰ ਬੜਾ ਅਫਸੋਸ ਆ, ਕਿਸ ਗੱਲ ਦਾ, ਵੀ ਜਿਹੜੀ ਬਹੁਤ ਪੁਰਾਣੀ ਭਾਸ਼ਾ ਲੈਂਗੁਏਜ ਆ ਉਹ ਤਮਿਲ ਮੈਂ ਸਿੱਖ ਨਹੀਂ ਸਕਿਆ। ਅੱਛਾ ਜੀ, ਚਲੋ ਕੁਝ ਤਾਂ ਬਣਿਆ। ਉਹਦੇ ਵਿੱਚ ਵੀ ਇੱਕ ਗੱਲ ਹੋਰ ਆ ਜਾਂਦੀ ਨਾਲ, ਦੇਖੋ ਤਮਿਲ ਭਾਸ਼ਾ ਸਿੱਖਣ ਨੂੰ ਇਹਨਾਂ ਨੂੰ 6 ਸਾਲ ਲੱਗ ਗਏ ਦੱਸਣ ਨੂੰ, ਪਰ ਮੈਂ ਸਿੱਖ ਨਹੀਂ ਸਕਿਆ। 14 'ਚ ਪ੍ਰਧਾਨ ਮੰਤਰੀ ਬਣੇ, 21 ਆ ਗਈ, 7ਵਾਂ ਸਾਲ ਜਾ ਰਿਹਾ, ਤੇ ਹੁਣ ਉਹਨਾਂ ਨੇ ਕਿਉਂ ਉਠਾਇਆ, ਉੱਥੇ ਵੀ ਵੋਟਾਂ ਆਇਆ ਜੀ। ਅੱਛਾ, ਠੀਕ ਹੈ। ਤੇ ਨਾਲ ਦੀ ਨਾਲ ਇਹਦਾ ਜਿਹੜਾ ਵਿਸ਼ਲੇਸ਼ਣ ਆਪਾਂ ਇਸ ਕਰਕੇ ਤਾਂ ਕਰਦੇ ਆ ਵੀ ਇਹਨਾਂ ਤੋਂ ਇਲਾਵਾ, ਇਹਨਾਂ ਤੋਂ ਵਧੀਆ ਤਰੀਕੇ ਨਾਲ ਕਿਸੇ ਮਾਹੌਲ ਦਾ, ਕਿਸੇ ਸਥਿਤੀ ਦਾ ਜਿਹੜਾ ਸਹੀ ਇਸਤੇਮਾਲ ਨਹੀਂ ਕੋਈ ਕਰ ਸਕਦਾ। ਉਹਨਾਂ ਨੇ ਸਪੈਸ਼ਲੀ ਕੱਲ੍ਹ ਜ਼ਿਕਰ ਇਸ ਕਰਕੇ ਕੀਤਾ ਵੀ ਤਮਿਲ ਭਾਸ਼ਾ ਬਹੁਤ ਪਿਆਰੀ ਆ, ਬਹੁਤ ਮਿੱਠੀ ਆ, ਪਰ ਮੈਨੂੰ ਅਫਸੋਸ ਆ ਵੀ ਮੈਂ ਸਿੱਖ ਨਹੀਂ ਸਕਿਆ। ਪਰ ਇਸ ਤੋਂ ਥੋੜਾ ਜਿਹਾ ਪਿੱਛੇ ਜਾਈਏ ਤੇ ਜਦੋਂ ਚੇਨਈ ਗਏ ਸੀਗੇ ਤੇ ਉੱਥੇ ਉਹਨਾਂ ਨੇ ਚੇਨਈ ਵਾਸੀਆਂ ਨੂੰ ਵਣਕਮ ਕਹਿ ਕੇ ਉਹਨਾਂ ਦਾ ਸਵਾਗਤ ਕੀਤਾ ਸੀਗਾ, ਤੇ ਉਹ ਕੁਛ ਭਾਸ਼ਾ ਤਾਂ ਜਾਣਦੇ ਸੀਗੇ, ਪਰ ਪਤਾ ਵੀ ਹੁਣ ਉੱਥੇ 6 ਅਪ੍ਰੈਲ ਨੂੰ ਵੋਟਾਂ ਪੈਣੀਆਂ ਤੇ ਤਾਮਿਲਨਾਡੂ ਦਾ ਜ਼ਿਕਰ ਕਿਤੇ ਬਗੈਰ ਕਿੱਦਾਂ ਰਹਿ ਸਕਦੇ ਸੀ ਮੋਦੀ ਸਾਹਿਬ। ਇਸੇ ਤਰੀਕੇ ਨਾਲ ਅੱਜ ਪੁੱਡੂਚੇਰੀ ਦਾ ਵੀ ਜ਼ਿਕਰ ਹੋਇਆ ਆ। ਅੱਜ ਦੇ ਇੰਜੈਕਸ਼ਨ ਲਵਾਉਣ ਤੋਂ ਬਾਅਦ ਉਹਨਾਂ ਨੇ ਅਪੀਲ ਬਹੁਤ ਜ਼ੋਰ ਸ਼ੋਰ ਨਾਲ ਕੀਤੀ ਆ
ਵੀ ਇਹਦੇ ਵਿੱਚ ਕੋਈ ਸਾਈਡ ਇਫੈਕਟ ਵਰਗੀ ਗੱਲ ਹੈ ਨਹੀਂ, ਪੂਰੀ ਤਰ੍ਹਾਂ ਪਰਖੇ ਹੋਏ ਆ। ਸਾਡੇ ਡਾਕਟਰਾਂ ਵਿਗਿਆਨਕਾਂ ਨੇ ਉਹ ਕਰ ਵਿਖਾਇਆ ਜੋ ਦੁਨੀਆ ਦੇ ਵਿਗਿਆਨੀ ਅਜੇ ਤੱਕ ਨਹੀਂ ਕਰ ਸਕੇ ਆ। ਬਹੁਤ ਵੱਡਾ ਮਾਰਕਾ ਆਇਆ ਪਿਆ। ਅਸੀਂ ਥੋੜੇ ਸਮੇਂ ਦੇ ਵਿੱਚ ਇਹ ਪ੍ਰਾਪਤੀ ਕਰ ਚੁੱਕੇ ਹਾਂ ਕਿ ਕਰੋਨਾ ਨੂੰ ਕੰਟਰੋਲ ਕਰਨ ਦੇ ਨਾਲ ਟੀਕਾਕਰਨ ਦੀ ਜਿਹੜੀ ਮੁਹਿੰਮ ਹੈ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਆ। ਉਹਨਾਂ ਦਾ ਇਹ ਕਹਿਣਾ ਵੀ ਹੁਣ ਕਰੋਨਾ ਖਿਲਾਫ ਇਹ ਆਖਰੀ ਲੜਾਈ ਆ, ਜਿਹਨੂੰ ਆਪਾਂ ਜਿੰਨੇ ਜ਼ੋਰ ਸ਼ੋਰ ਨਾਲ ਕਰ ਲਾਂਗੇ, ਜਿੰਨੇ ਵੱਡੇ ਪੱਧਰ ਤੇ ਟੀਕਾ ਲਗਵਾ ਲਾਂਗੇ ਉਹ ਚੰਗਾ ਆ। ਔਰ ਉਹਨਾਂ ਨੇ ਅਪੀਲ ਕੀਤੀ ਆ ਵੀ ਜਿੰਨੇ ਯੋਗ ਆ ਟੀਕਾ ਲਗਵਾਉਣ ਵਾਲੇ ਸਾਰਿਆਂ ਲਈ, ਤਾਂ ਪਹਿਲਾਂ ਵੀ ਕਹਿ ਚੁੱਕੀ ਸਰਕਾਰ ਵੀ ਜ਼ਰੂਰੀ ਨਹੀਂ ਵੀ ਸਾਰੀ ਦੇਸ਼ ਦੇ 130-35 ਕਰੋੜ ਨਾਗਰਿਕ ਲਗਵਾਉਣ, ਜਿਨ੍ਹਾਂ ਲਈ ਇਹ ਜ਼ਰੂਰੀ ਆ ਔਰ ਜਿਹੜੇ ਯੋਗ ਆ ਇਹਦੇ ਲਈ ਉਹ ਟੀਕਾ ਬਿਨਾਂ ਝਿਜਕ ਤੋਂ ਬਿਨਾਂ ਡਰ ਤੋਂ ਜ਼ਰੂਰ ਲਗਵਾਉਣ। ਕਿਉਂਕਿ ਜਿੰਨੇ ਵੀ ਟੀਕੇ ਲੱਗੇ ਆ 1.25 ਕਰੋੜ ਤੱਕ, ਤਾਂ ਉਹਦਾ ਹਜੇ ਤੱਕ ਕੋਈ ਇਹੋ ਜਿਹਾ ਐਡਵਰਸ ਇਫੈਕਟ ਨਹੀਂ ਆਇਆ ਵੀ ਕਿਸੇ ਦੇ ਉਲਟ ਪ੍ਰਭਾਵ ਪਿਆ ਹੋਵੇ ਜੀ। ਤੇ ਅਵਤਾਰ ਜੀ, ਪੰਜਾਬ ਵੱਲ ਆਈਏ ਤੇ ਪੰਜਾਬ 'ਚ ਕਰੋਨਾ ਦੇ ਮਾਮਲੇ ਵੱਧਦੇ ਪਏ ਨੇ ਤੇ ਸਰਕਾਰ ਵੱਲੋਂ ਅੱਜ ਕੋਈ ਨਵੀਆਂ ਪਾਬੰਦੀਆਂ ਦਾ ਵੀ ਐਲਾਨ ਕੀਤਾ ਗਿਆ ਸ਼ਾਇਦ। ਜੀ ਦੇਖੋ, ਸਥਾਨਕ ਚੋਣਾਂ ਲੰਘ ਗਈਆਂ, ਉਦੋਂ ਤਾਂ ਨਹੀਂ ਵਧੇ, ਪਰ ਹੁਣ ਚੋਣਾਂ ਦੇ ਵਿੱਚ ਕਾਂਗਰਸ ਦੀ ਜਿੱਤ ਹੋ ਗਈ ਪੂਰੀ ਤਰ੍ਹਾਂ, ਭਾਜਪਾ ਵਿਚਾਰੀ ਰਹਿ ਗਈ ਤੇ ਅਕਾਲੀ ਦਲ ਵੀ ਥੋੜਾ ਜਿਹਾ ਰਹਿ ਗਿਆ ਪਿੱਛੇ। ਆਪ ਵਾਲਾ ਤਾਂ ਫਿਰ ਵੈਸੇ ਵੀ ਨਹੀਂ ਲੱਗੇ। ਉਹ ਤੋਂ ਬਾਅਦ ਕਰੋਨਾ ਵਧਾ ਦਿੱਤਾ ਗਿਆ। ਮੈਂ ਤਾਂ ਵਧਾ ਦਿੱਤਾ ਗਿਆ ਕਹਿ ਰਿਹਾ ਕਿਉਂਕਿ ਕੇਸ ਉਹ ਕਹਿ ਰਿਹਾ ਵੀ ਵੱਧ ਗਏ ਆ ਜੀ ਬਹੁਤ। ਕਰੋਨਾ ਨੂੰ ਲਾਈਟਲੀ ਨਹੀਂ ਲਿਆ ਜਾ ਸਕਦਾ, ਹੈ ਇਹੋ ਜਿਹੀ ਬਿਮਾਰੀ ਆ। ਆਪਾਂ ਕਹਿ ਦਿੰਨੇ ਆ ਵੀ ਵਧਾਤਾ ਘਟਾਤਾ, ਪਰ ਇਹ ਕੇਸ ਕਿਉਂ ਵੱਧਦੇ ਕਿਉਂ ਘਟਦੇ ਆ ਇਹਦਾ ਕਾਰਨ ਵੀ ਮਾਹਰ ਦੱਸਦੇ ਆ ਵੀ ਆਪਾਂ ਅਵੇਸਲੇ ਹੋ ਗਏ ਆ, ਅਣਗਹਿਲੀ ਕਰਨ ਲੱਗ ਪਏ ਆ। ਜੋ ਸਾਵਧਾਨੀਆਂ ਵਰਤੀਆਂ ਸ਼ੁਰੂ 'ਚ ਗਈਆਂ ਸੀਗੀਆਂ ਉਹਨਾਂ ਨੂੰ ਅਸੀਂ ਹੌਲੀ ਹੌਲੀ ਛੱਡੀ ਜਾ ਰਹੇ ਹਾਂ। ਇਸ ਕਰਕੇ ਵੀ ਇਹ ਕੇਸ ਵੱਧ ਰਹੇ ਆ। ਪਾਬੰਦੀਆਂ 1 ਤਰੀਕ ਤੋਂ ਦੁਬਾਰਾ ਲੱਗ ਗਈਆਂ ਇਕੱਠਾਂ ਤੇ, ਵੀ ਜੇ ਇਨਡੋਰ ਇਕੱਠ ਕਰਨਾ ਤਾਂ 100 ਦੀ ਗਿਣਤੀ ਹੋਵੇ, ਜੇ ਬਾਹਰ ਇਕੱਠ ਕਰਨਾ ਤਾਂ 200 ਹੋਵੇ। ਨਹੀਂ ਤਾਂ ਆਪਾਂ ਹੁਣ ਦੇਖਿਆ ਹੋਣਾ ਵੀ ਵਿਆਹ ਸ਼ਾਦੀਆਂ ਦਾ ਮਾਹੌਲ ਚੱਲਦਾ ਪਿਆ ਸੀਗਾ ਪੂਰਾ ਮਹੀਨਾ, ਤੇ ਉਹਦੇ ਵਿੱਚ ਕਾਫੀ ਗਿਣਤੀ 'ਚ ਇਹ ਇਕੱਠ ਹੋਣ ਲੱਗ ਪਏ ਸੀਗੇ। ਉਸ ਗੱਲ ਨੂੰ ਵੱਧਦੇ ਮਾਮਲਿਆਂ ਤੇ ਕੰਟਰੋਲ ਕੀਤਾ ਜਾਵੇ ਤਾਂ ਨਵੀਆਂ ਪਾਬੰਦੀਆਂ ਪੰਜਾਬ 'ਚ ਲਾਗੂ ਹੋ ਰਹੀਆਂ ਜੀ। ਤੇ ਅਵਤਾਰ ਜੀ, ਇਸੇ ਮੁੱਦੇ ਤੇ ਵਾਪਸ ਪਰਤਾਂਗੇ, ਪਰ ਇਸ ਵੇਲੇ ਲੈਂਦੇ ਹਾਂ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫੇਰ ਤੋਂ ਸਵਾਗਤ ਹੈ। ਅਵਤਾਰ ਜੀ, ਵਾਪਸ ਕਰੋਨਾ ਤੇ ਹੀ ਆਉਂਦੇ ਆ। ਪੰਜਾਬ ਦੀ ਆਪਾਂ ਗੱਲ ਕਰ ਲਈ ਕਿ ਪਾਬੰਦੀਆਂ ਨਵੀਆਂ ਨੇ, ਤੇ ਪੰਜਾਬ ਦੇ ਕੈਬਨਿਟ ਮੰਤਰੀ ਦਾ ਕੀ ਰੌਲਾ ਪਿਆ? ਉਹਦੀ ਕੋਈ ਰਿਪੋਰਟ ਪੋਜ਼ਿਟਿਵ ਹੈ, ਕੋਈ ਨੈਗੇਟਿਵ ਹੈ? ਸਾਰਾ ਮਾਮਲਾ ਸਮਝਾ ਦਿਓ ਜ਼ਰਾ। ਦੇਖੋ, ਸ਼ੁਰੂ ਤੋਂ ਹੀ ਇਹਦੀਆਂ ਟੈਸਟਿੰਗ ਨੂੰ ਲੈ ਕੇ, ਫਿਰ ਟੀਕੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ, ਗਲਤਫਹਿਮੀਆਂ ਵੀ ਔਰ ਵੱਖਰੇ ਤਰੀਕੇ ਨਾਲ ਪ੍ਰਚਾਰ ਵੀ ਹੁੰਦਾ ਰਿਹਾ ਆ। ਕਰੋਨਾ ਕਰਕੇ ਵੀ ਹੁੰਦਾ ਰਿਹਾ ਵੀ ਦੇਖੋ ਇਹ ਟੈਸਟ ਨਾ ਕਰਵਾਉਣ ਜਾਓ ਜੀ, ਉੱਥੇ ਕਿਡਨੀਆਂ ਕੱਢ ਲੈਂਦੇ ਆ, ਵੀ ਕੋਈ ਇਹੋ ਜਿਹੀ ਗੱਲ ਆਈ ਨਹੀਂ ਸਾਹਮਣੇ। ਫਿਰ ਟੀਕੇ ਨੂੰ ਲੈ ਕੇ ਵੀ ਹੋਇਆ, ਫਿਰ ਉਸ ਤੋਂ ਬਾਅਦ ਇਹਦੀਆਂ ਟੈਸਟਿੰਗ ਨੂੰ ਲੈ ਕੇ ਵੀ ਹੁੰਦਾ ਰਿਹਾ ਵੀ ਆਹ ਟੈਸਟਿੰਗ ਵਧੀਆ ਆ, ਉਹ ਦੂਜੀ ਨਹੀਂ ਵਧੀਆ, RT-PCR ਜਿਹੜੀ ਹੈਗੀ ਆ ਉਹ ਇੰਨੇ ਰਿਜ਼ਲਟ ਵਧੀਆ ਨਹੀਂ ਦਿੰਦੀ, ਬਲੱਡ ਵਾਲੀ ਜਿਹੜੀ ਵਧੀਆ ਦਿੰਦੀ ਆ। ਕਈ ਤਰ੍ਹਾਂ ਦੇ ਸਵਾਲ ਇਹਦੇ ਵਿੱਚ ਹੁੰਦੇ ਰਹੇ ਆ ਕਰੋਨਾ ਦੇ ਦੌਰ ਦੇ ਵਿੱਚ, ਹੁਣ ਵੀ ਚੱਲਦੇ ਆ। ਇਸੇ ਨੂੰ ਲੈ ਕੇ ਪੰਜਾਬ ਦਾ ਸਿਹਤ ਵਿਭਾਗ ਵੀ ਸਵਾਲਾਂ ਦੇ ਘੇਰੇ 'ਚ ਆ ਗਿਆ ਆ। ਹੁਣ ਪੰਜਾਬ ਦਾ ਚੋਟੀ ਦਾ ਮੰਤਰੀ ਆ, ਮਤਲਬ ਕਾਫੀ ਅਸਰ ਰਸੂਖ ਵਾਲਾ ਕਹੀਏ ਵੀ ਸੈਕੰਡ ਟੂ CM ਸੁਖਜਿੰਦਰ ਸਿੰਘ ਰੰਧਾਵਾ, ਸੁਖੀ ਰੰਧਾਵਾ, ਉਹਦੀ ਰਿਪੋਰਟ PGI ਨੇ ਕੀਤੀ ਤਾਂ ਨੈਗੇਟਿਵ ਆਈ। ਉਹੀ ਰਿਪੋਰਟ ਸਿਹਤ ਵਿਭਾਗ ਕਰ ਰਿਹਾ ਤਾਂ ਉਹੀ ਟੈਸਟਿੰਗ ਸਿਹਤ ਵਿਭਾਗ ਕਰ ਰਿਹਾ ਤੇ ਉਹਦੀ ਪੋਜ਼ਿਟਿਵ ਆਈ ਆ। ਇਹ ਇੱਕ ਦੂਜੇ ਦੇ ਉਲਟ ਜਾ ਰਿਹਾ। ਇਹ ਸਮਝ ਨਹੀਂ ਆ ਰਹੀ ਵੀ ਉਹਨੇ ਕਿਧਰੇ ਬਲੱਡ ਮਿਕਸ ਕਰ ਦਿੱਤਾ ਤੇ ਜਾਂ ਇਹਨੇ ਬਲੱਡ ਪਤਾ ਨਹੀਂ ਕਿਸੇ ਹੋਰ ਨਾਲ ਮਿਕਸ ਕਰ ਦਿੱਤਾ, ਇਹੀ ਆਪਾਂ ਕਹਿ ਸਕਦੇ ਹਾਂ। ਹੁਣ ਜਦੋਂ RTC ਕਰਦੇ ਆ ਉਦੋਂ ਵੀ ਇਹੋ ਜਿਹੀ ਗੱਲ ਕਿਤੇ ਆਉਣੀ ਨਹੀਂ ਚਾਹੀਦੀ, ਕਿਉਂਕਿ ਮੌਕੇ ਤੇ ਹੋ ਜਾਂਦੀ ਆ, ਉਹਦੀ ਰਿਪੋਰਟ ਛੇਤੀ ਆ ਜਾਂਦੀ ਆ। ਬਲੱਡ ਵਾਲੀ ਰਿਪੋਰਟ ਥੋੜੀ ਜਿਹੀ ਸਮਾਂ ਲੱਗ ਕੇ ਆਉਂਦੀ ਆ। ਪਰ ਇਹ ਜੇ ਸਿਹਤ ਵਿਭਾਗ ਹੀ ਇਸ ਤਰੀਕੇ ਨਾਲ ਆਪਣੇ ਉੱਤੇ ਸਵਾਲ ਖੜੇ ਕਰੇਗਾ ਤਾਂ ਫਿਰ ਯਕੀਨ ਕੌਣ ਕਰੂਗਾ? ਉਹ ਵੀ ਇੱਕ ਚੋਟੀ ਦੇ ਮੰਤਰੀ ਦੇ ਨਾਲ ਇਹ ਹਾਲ ਆ ਟੈਸਟਿੰਗ ਵੇਲੇ, ਤਾਂ ਆਮ ਬੰਦੇ ਲਈ ਯਕੀਨ ਕਰਨਾ ਬਹੁਤ ਔਖਾ ਆ। ਮੈਂ ਕਿਹਦੇ ਤੋਂ ਟੈਸਟ ਕਰਾਵਾਂ ਤੇ ਕਿਹਦੇ ਤੋਂ ਨਾ ਕਰਾਵਾਂ? ਜੇ ਉਹਨੂੰ ਹੁਣ ਕਿਸੇ ਨੂੰ ਇਹ ਥੋੜੀ ਪਤਾ ਵੀ ਸਿਹਤ ਵਿਭਾਗ ਵਾਲੀ ਸਹੀ ਆ ਕਿ PGI ਵਾਲੀ ਸਹੀ ਆ। ਇਹ ਤਾਂ ਬੰਦੇ ਨੂੰ ਸ਼ਿਸ਼ੋਪੰਜ ਪਾਉਣ ਵਾਲੀ ਗੱਲ ਆ ਵੀ ਉਹਨੇ ਜਿਹੜੇ ਵਹਿਮ ਪਏ ਉਹ ਅੱਗੇ ਕਰੋਨਾ ਨੂੰ ਲੈ ਕੇ ਉਹ ਹੋਰ ਵੱਧ ਸਕਦੇ ਆ। ਜੇ ਕਿਸੇ ਨੇ ਕਹਿਣਾ ਯਾਰ PGI ਕਰਾਈ ਜਾ ਕੇ, ਨਾ ਯਾਰ PGI ਨੇ ਤਾਂ ਉਹਦੀ ਰਿਪੋਰਟ ਮੰਤਰੀ ਸਾਹਿਬ ਦੀ ਗਲਤ ਦੱਸਦੀ ਸੀ, ਤੇ ਕਹਿਣਾ ਫਿਰ ਚੰਗਾ ਸਰਕਾਰੀ ਹਸਪੀਟਲ ਜਿਹੜੇ ਆ ਉੱਥੋਂ ਕਰਾ ਲਾ ਸਿਹਤ ਵਿਭਾਗ ਵਾਲਿਆਂ ਦੇ, ਉਹ ਨਹੀਂ, ਉਹਨਾਂ ਨੇ ਵੀ ਗਲਤ ਕਰਤੀ ਸੀਗੀ। ਇਹ ਵਾਧੂ ਦੇ ਲੋਕਾਂ 'ਚ ਵਹਿਮ ਵਧਾਉਣ ਵਾਲੀ ਗੱਲ ਆ। ਇਹਦੇ ਲਈ ਚੰਗੀ ਤਰ੍ਹਾਂ ਪਰਖ ਕਰਨੀ ਚਾਹੀਦੀ ਆ। ਮੰਤਰੀ ਸਾਹਿਬ ਨੂੰ ਵੀ ਇਹਦੀ ਜਾਂਚ ਕਰਾਉਣੀ ਚਾਹੀਦੀ ਹੈ ਵੀ ਜੇ PGI ਨੇ ਨੈਗੇਟਿਵ ਦਿੱਤੀ ਆ ਤੇ ਸਿਹਤ ਵਿਭਾਗ ਦੀ ਪੋਜ਼ਿਟਿਵ ਕਿਵੇਂ ਹੋ ਗਈ ਆ। ਇਹਨੂੰ ਲੈ ਕੇ ਰੌਲਾ ਜ਼ਰੂਰ ਪਊਗਾ। ਪੰਜਾਬ ਸਰਕਾਰ ਦਾ ਕੰਮ ਆ, ਪੰਜਾਬ ਸਰਕਾਰ ਦਾ ਹੀ ਸਿਹਤ ਮਹਿਕਮਾ ਆ। ਜੇ ਉਹ ਹੀ ਆਪਣੇ ਬੰਦਿਆਂ ਦੀ ਇਸ ਤਰੀਕੇ ਨਾਲ ਰਿਪੋਰਟ ਪੋਜ਼ਿਟਿਵ ਨੈਗੇਟਿਵ ਕਰੀ ਗਿਆ ਤਾਂ ਫਿਰ ਇਹਦੇ ਤੇ ਸਵਾਲ ਹੋਰ ਵੀ ਆਉਂਦੇ ਸਮੇਂ 'ਚ ਉੱਠਣੇ ਜ਼ਰੂਰੀ ਆ ਜੀ। ਤੇ ਚਲੋ ਨੈਗੇਟਿਵ ਤੇ ਪੋਜ਼ਿਟਿਵ ਤੋਂ ਆਪਾਂ ਪਰੇ ਹਟਦੇ ਹਾਂ ਤੇ ਪੰਜਾਬ ਦੇ ਵੱਲ ਆਉਂਦੇ ਹਾਂ। ਪੰਜਾਬ ਦਾ ਮੁੱਦਾ ਜਿਹੜਾ ਇਸ ਵੇਲੇ ਹੈ ਉਹ ਹੈ ਅੱਜ ਬਜਟ ਸੈਸ਼ਨ ਦੀ ਸ਼ੁਰੂਆਤ ਹੋ ਰਹੀ ਹੈ ਪੰਜਾਬ ਦੀ,
ਤੇ ਬਜਟ ਸੈਸ਼ਨ ਪਹਿਲੇ ਦਿਨ ਤਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੰਦੇ ਆ ਜੀ। ਤੇ ਉਸ ਤੋਂ ਬਾਅਦ ਭਲਾ ਕੀ ਹੋਣਾ ਅੱਜ ਦੇ ਬਜਟ ਸੈਸ਼ਨ ਦੇ ਵਿੱਚ? ਦੇਖੋ ਜੀ, ਪੰਜਾਬ ਦੀ ਕੈਪਟਨ ਸਰਕਾਰ ਦਾ ਇਹ ਆਖਰੀ ਬਜਟ ਆ, ਕਿਉਂਕਿ 2022 ਦੇ ਵਿੱਚ ਇਲੈਕਸ਼ਨਾਂ ਹੋਣੀਆਂ ਤੇ ਉਸ ਤੋਂ ਬਾਅਦ ਫਿਰ ਉਹ ਅੰਤਰਿਮ ਬਜਟ ਹੁੰਦਾ ਜਿਹੜਾ ਫੁੱਲ ਬਜਟ ਫਿਰ ਨਵੀਂ ਸਰਕਾਰ ਪੇਸ਼ ਕਰਦੀ ਹੁੰਦੀ ਆ ਜੀ। ਇਸ ਬਜਟ ਦੇ ਵਿੱਚ ਹੰਗਾਮਾ ਇਸ ਕਰਕੇ ਹੋਣਾ ਲਾਜ਼ਮੀ ਮੰਨਿਆ ਜਾ ਰਿਹਾ। ਉਂਝ ਤਾਂ ਹਰੇਕ ਬਜਟ ਸੈਸ਼ਨ ਦੇ ਵਿੱਚ ਜਾਂ ਇਜਲਾਸ ਜਿਹੜਾ ਵੀ ਵਿਧਾਨ ਸਭਾ ਦਾ ਹੋਵੇ ਉਹਦਾ ਤਾਂ ਰੌਲਾ ਪੈਂਦਾ ਹੀ ਰਹਿੰਦਾ, ਉਹ ਸੰਸਦ ਹੋਵੇ ਚਾਹੇ ਵਿਧਾਨ ਸਭਾ ਹੋਵੇ ਜੀ। ਆਪਾਂ ਹਿਮਾਚਲ ਦਾ ਵੀ ਜੇ ਜ਼ਿਕਰ ਕਰੀਏ ਤਾਂ ਉੱਥੇ ਵੀ ਇਹ ਹਾਲ ਹੋਇਆ ਸੀ ਕਿ ਰਾਜਪਾਲ ਦੇ ਭਾਸ਼ਣ ਦੌਰਾਨ ਹੀ ਬਹੁਤ ਵੱਡਾ ਹੰਗਾਮਾ ਹੋ ਗਿਆ ਸੀ। ਈਵਨ ਰਾਜਪਾਲ ਨੂੰ ਬਾਹਰ ਨਿਕਲਦਿਆਂ ਉਹਦੇ ਨਾਲ ਖਿੱਚਧੂ ਵੀ ਹੋਈ ਆ, ਕਾਂਗਰਸੀ ਵਿਧਾਇਕਾਂ ਨੇ ਕੀਤੀ ਆ, ਉਹਨਾਂ ਨੂੰ ਮੁਅੱਤਲ ਵੀ ਕਰਤਾ। ਪੰਜਾਬ ਦੇ ਜਿਹੜੇ ਬਜਟ ਇਜਲਾਸ ਦੇ ਵਿੱਚ ਰਾਜਪਾਲ ਦਾ ਭਾਸ਼ਣ ਹੋਣਾ ਆ, ਉਸ ਤੋਂ ਬਾਅਦ ਅਕਾਲੀ ਦਲ ਦਾ ਜਿਹੜਾ ਇਹ ਪ੍ਰੋਗਰਾਮ ਸੀਗਾ ਕਿ ਅਸੀਂ ਵਿਧਾਨ ਸਭਾ ਦਾ ਘਿਰਾਓ ਕਰਾਂਗੇ ਵੱਧਦੀਆਂ ਤੇਲ ਕੀਮਤਾਂ, ਕਿਸਾਨੀ ਮੁੱਦੇ ਨੂੰ ਲੈ ਕੇ, ਤੇ ਜਿਹੜੇ ਕੈਪਟਨ ਨੇ 4 ਸਾਲ ਪਹਿਲਾਂ ਵਾਅਦੇ ਕਰਕੇ ਸਰਕਾਰ ਬਣਾਈ ਸੀ, ਉਹਨਾਂ ਵਾਅਦਿਆਂ ਤੋਂ ਮੁੱਕਰਨ ਨੂੰ ਲੈ ਕੇ ਸਰਕਾਰ ਨੂੰ ਇਹ ਅਹਿਸਾਸ ਕਰਾਉਣ ਲਈ ਕਿ ਤੁਹਾਡੇ ਵਾਅਦੇ ਕਿੱਥੇ ਗਏ ਤੇ ਤੁਹਾਡਾ ਆਖਰੀ ਸਾਲ ਰਹਿ ਗਿਆ ਤੇ ਹੁਣ ਵੀ ਜੇ ਵਫਾ ਨਾ ਹੋਏ ਤਾਂ ਫਿਰ ਤੁਸੀਂ ਕਿਹੜੇ ਮੂੰਹ ਨਾਲ ਅਗਲੇ ਜਿਹੜੇ ਵੋਟਾਂ ਲੈਣ ਜਾਣਗੇ। ਉਸ ਤੋਂ ਅਗਲੀ ਗੱਲ, ਸੱਤਾਧਾਰੀ ਕਾਂਗਰਸ ਇਹਨੇ ਹੀ ਰਾਜਪਾਲ ਨੂੰ ਭਾਸ਼ਣ ਬਣਾ ਕੇ ਦੇਣਾ ਹੁੰਦਾ ਹੈ ਤੇ ਰਾਜਪਾਲ ਨੇ ਸੂਬੇ ਦੀ ਸਰਕਾਰ ਦੇ ਹੀ ਗੁਣ ਗਾਉਣੇ ਹੁੰਦੇ ਆ ਕਿ 4 ਸਾਲਾਂ 'ਚ ਆਹ ਕੀਤਾ ਉਹ ਕੀਤਾ। ਪੰਜਾਬ ਕਾਂਗਰਸ ਨੇ ਹੀ ਸੁਨੀਲ ਜਾਖੜ ਦੀ ਅਗਵਾਈ 'ਚ ਰਾਜ ਭਵਨ ਜਾ ਕੇ ਘੇਰਨਾ ਆ, ਉਹਦੇ ਵਿੱਚ ਵੀ ਉਹਨਾਂ ਨੇ ਇਹ ਸੰਦੇਸ਼ ਦੇਣਾ ਆ ਕਿ ਕੇਂਦਰ ਜਿਹੜੀਆਂ ਤੇਲ ਕੀਮਤਾਂ ਉਹ ਵਧਾਈ ਜਾ ਰਹੀ ਆ ਤੇ ਉਹਦੇ ਤੇ ਕੋਈ ਲਗਾਮ ਕੱਸੀ ਨਹੀਂ ਜਾ ਰਹੀ ਹੈ। ਰਸੋਈ ਗੈਸ ਦੇ ਸਿਲੰਡਰ ਵੱਧ ਗਏ ਆ, ਪਰ ਇਹਦੇ ਨਾਲ ਇਹਨਾਂ ਨੂੰ ਪੁੱਛੀਏ ਕਿ ਸਭ ਤੋਂ ਵੱਧ ਟੈਕਸ ਸੂਬੇ ਦਾ ਵੀ ਲੱਗ ਰਿਹਾ ਵਿੱਚ ਜੀ, ਉਹਦੇ ਬਾਰੇ ਇਹ ਕੀ ਕਰ ਰਹੇ ਆ? ਉਹਦਾ ਜ਼ਿਕਰ ਹੈ ਨਹੀਂ। ਲੋਕਾਂ ਦਾ ਧਿਆਨ ਡਾਈਵਰਟ ਕਰਕੇ ਕੇਂਦਰ ਵੱਲ ਨੂੰ ਕਰਨਾ। ਕੇਂਦਰ ਵੱਲ ਨੂੰ ਤਾਂ ਮੰਨਿਆ ਚਲੋ, ਉਹ ਤਾਂ ਹੁਣ ਦੇਖੋ ਕਾਰਪੋਰੇਟ ਘਰਾਣਿਆਂ ਦੇ ਨਾਲ ਆਪਾਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਕਿ ਉਹਨਾਂ ਦਾ ਐਸਾ ਗੱਠਜੋੜ ਬਣਿਆ ਕਿ ਉਹਨਾਂ ਨੂੰ ਆਮ ਆਦਮੀ ਦਿਸਦਾ ਹੀ ਨਹੀਂ ਜੀ। ਤੇ ਜੇ ਹੁਣ ਪੰਜਾਬ ਸਰਕਾਰ ਵੀ ਜਿੰਨੇ ਟੈਕਸ ਪੈਟਰੋਲ ਡੀਜ਼ਲ ਤੇ ਲਾ ਰਹੀ ਆ, ਜੇ ਇਹਦੇ ਚੋਂ ਘਟਾ ਦੇਵੇ ਤਾਂ ਆਮ ਆਦਮੀ ਨੂੰ ਰਾਹਤ ਮਿਲ ਸਕਦੀ ਆ। ਪਰ ਇਹਨਾਂ ਨੇ ਉਸ ਆਪਣੇ ਵੱਲੋਂ ਧਿਆਨ ਹਟਾ ਕੇ ਕੇਂਦਰ ਵੱਲ ਨੂੰ ਸਾਰਾ ਫੋਕਸ ਕਰਨਾ ਵੀ ਜੋ ਕਰਨਾ ਕੇਂਦਰ ਨੇ ਹੀ ਕਰਨਾ। ਕੇਂਦਰ ਆਪਣੇ ਤੌਰ ਤੇ ਕਰੇ, ਸੂਬੇ ਆਪਣੇ ਤੌਰ ਤੇ ਕਰੇ। ਲੋਕਾਂ ਦਾ ਕਿਉਂ ਕਚੂਮਰ ਕੱਢ ਰਹੇ ਆ? ਇਹ ਸਿਆਸਤਦਾਨ ਆਪ ਦੀ ਸਿਆਸਤ ਚਮਕਾਉਣ ਲਈ ਇੱਕ ਦੂਜੇ ਦੇ ਦੂਸ਼ਣਬਾਜ਼ੀ ਤੱਕ ਹੀ ਰਹਿੰਦੇ ਆ। ਇਹਦਾ ਜਿਹੜਾ ਫਾਇਦਾ ਹੋਣਾ ਚਾਹੀਦਾ ਲੋਕਾਂ ਨੂੰ, ਉਹਦਾ ਇਧਰ ਖਿਆਲ ਨਹੀਂ ਹੈਗਾ। ਮੈਂ ਜਦੋਂ ਹੁਣ ਸੈਂਟਰ ਵੱਲ ਨੂੰ ਗਿਆ ਤੇ ਇੱਕ ਗੱਲ ਹੋਰ ਦੱਸ ਦਵਾਂ ਕਿ ਪ੍ਰਧਾਨ ਮੰਤਰੀ ਸਾਹਿਬ ਨੇ 6-7 ਸਾਲ ਤੋਂ ਉਜਵਲਾ ਸਕੀਮ ਚਲਾਈ ਸੀ, ਜਿਹਦੇ ਵਿੱਚ ਗਰੀਬ ਤੋਂ ਗਰੀਬ ਲੋਕਾਂ ਨੂੰ ਉਹਨਾਂ ਨੇ ਗੈਸ ਚੁੱਲ੍ਹੇ ਸਿਲੰਡਰ ਲੈ ਕੇ ਦਿੱਤੇ ਸੀਗੇ ਔਰ ਮੁਫਤ ਵੀ ਸਕੀਮ ਦੇ ਵਿੱਚ ਮਿਲੇ ਆ ਉਹਨਾਂ ਨੂੰ। ਪਰ ਇਹ ਪਤਾ ਨਹੀਂ ਸੀਗਾ ਕਿ ਜਿਵੇਂ ਜੀਓ ਨੇ ਸ਼ੁਰੂਆਤ ਵਿੱਚ ਇੰਨੇ ਕੁ ਫ੍ਰੀ ਯੂਜ਼ਰ ਲਾ ਕੇ ਲੋਕਾਂ ਨੂੰ ਲੱਤ ਲਾਤੀ ਸੀ ਤੇ ਮੁੜ ਕੇ ਉਹਦੇ 'ਚ ਪੈਸੇ ਇੰਨੇ ਠੋਕ ਦਿੱਤੇ ਵੀ ਹੁਣ ਲੋਕੀ ਛੱਡ ਨਹੀਂ ਸਕਦੇ ਉਹਨੂੰ। ਜਿਹਨੂੰ ਆਦਤ ਪੈ ਜਾ 4G ਦੀ, ਉਹ ਫਿਰ 2G ਵੱਲ ਜਾਂਦਾ ਨਹੀਂ ਹੁੰਦਾ। ਇਹਨਾਂ ਨੇ ਵੀ ਮੈਨੂੰ ਲੱਗਦਾ ਉਜਵਲਾ ਸਕੀਮ ਦੇ ਵਿੱਚ ਘਰ ਘਰ ਸਿਲੰਡਰ ਪਹੁੰਚਾ ਦਿੱਤੇ। ਲੋਕਾਂ ਨੇ ਵੀ ਬੜੇ ਚਾਅ ਨਾਲ ਲੈ ਵੀ ਪ੍ਰਧਾਨ ਮੰਤਰੀ ਸਾਹਿਬ ਫ੍ਰੀ ਦੇ ਰਹੇ ਆ, ਚੁੱਲ੍ਹਾ ਵੀ ਦੇ ਰਹੇ ਤਾਂ ਸਿਲੰਡਰ ਵੀ ਦੇ ਰਹੇ। ਤੇ ਪਤਾ ਉਦੋਂ ਹੀ ਲੱਗਾ ਜਦੋਂ 21 ਵਿੱਚ ਆ ਕੇ ਉਹ 1000 ਦੇ ਨੇੜੇ ਪਹੁੰਚ ਚੱਲਿਆ ਸਿਲੰਡਰ। ਹੁਣ ਉਹ ਵਿਚਾਰੇ ਉਸੇ ਗੈਸ ਚੁੱਲ੍ਹੇ ਤੋਂ ਆਮ ਚੁੱਲ੍ਹੇ ਵੱਲ ਨੂੰ ਆ ਰਹੇ ਵੀ ਯਾਰ ਸਾਡੇ ਲਈ ਤਾਂ ਉਹੀ ਚੰਗਾ ਸੀਗਾ ਵੀ ਚੁੱਲ੍ਹੇ ਤਾਂ ਲੈ ਤੇ ਉਹਨਾਂ ਨੇ, ਸਿਲੰਡਰ ਵੀ ਲੈ ਤੇ, ਭਰਾਉਣ ਦੀ ਕੀਮਤ 1000 ਤੱਕ ਪਹੁੰਚਾਤੀ ਤਾਂ ਉਹ ਕਿੱਥੋਂ ਭਰਾਉਣਾ? ਇਹ ਵੀ ਇੱਕ ਸਰਕਾਰ ਦੀ ਨਾਕਾਮੀ ਹੀ ਕਹਿ ਸਕਾਂਗੇ ਵੀ ਤੁਸੀਂ ਪਹਿਲਾਂ ਤਾਂ ਉਹਨਾਂ ਨੂੰ ਇਹੋ ਜਿਹੀ ਚੀਜ਼ ਦੇ ਨਾਲ ਲਾ ਦਿੰਦੇ ਆ, ਮੁੜ ਕੇ ਉਹਦਾ ਭਾਅ ਇੰਨਾ ਵਧਾ ਦਿੰਦੇ ਆ ਵੀ ਨਾ ਉਹ ਵਿਚਾਰੇ ਛੱਡਣ ਜੋਗੇ ਤਾਂ ਨਾ ਲੈਣ ਜੋਗੇ। ਤੇ ਹੁਣ ਹੌਲੀ ਹੌਲੀ ਸਮਾਂ ਜਿਹੜਾ ਨਾ ਉਹ ਪਿਛਲਾ ਸਮਾਂ ਚੁੱਲ੍ਹਿਆਂ ਵੱਲ ਨੂੰ ਆ ਰਿਹਾ ਆ। ਇਹ ਸਰਕਾਰ ਮਜਬੂਰ ਕਰ ਰਹੀ ਆ। ਮੈਂ ਤਾਂ ਹੀ ਕਹਿੰਦਾ ਗਰੀਬਾਂ ਨੂੰ ਰਾਹਤ ਦੇਣ ਦੀ ਥਾਂ ਗਰੀਬਾਂ ਨੂੰ ਹੋਰ ਗਰੀਬ ਕਰ ਰਹੀ ਹੈ। ਫੋਟੋ ਦੇਖੀ ਸੀ ਇੱਕ ਮੈਂ, ਸਾਰੇ ਸਿਲੰਡਰ ਲਾਈਨਾਂ ਲਾ ਕੇ ਖੜੇ ਸੀ, ਕਹਿੰਦੇ ਭਰਦਾ ਤਾਂ ਹੈ ਨਹੀਂ, ਚਲੋ ਇਹਨੂੰ ਵੇਚ ਕੇ ਹੀ ਪੈਸੇ ਕਮਾ ਲੈਂਦੇ ਆ। ਬਿਲਕੁਲ ਜੀ। ਹੁਣ ਦੇਖੋ ਮੀਮ ਤਾਂ ਬਹੁਤ ਚੱਲਣੇ ਆ, ਸਰਕਾਰਾਂ ਦੇ ਉੱਤੇ ਮੀਮ ਚੱਲਣੇ ਆ, ਪਰ ਉਹਦੇ ਲਈ ਵੀ ਖਿਆਲ ਰੱਖਣਾ ਪੈਣਾ ਕਿਉਂਕਿ ਸੋਸ਼ਲ ਮੀਡੀਆ ਤੇ ਉਹਨਾਂ ਨੇ ਸ਼ਿਕੰਜਾ ਕੱਸਿਆ ਹੋਇਆ। ਜੇ ਇਦਾਂ ਦੀ ਮੀਮ ਪਾ ਕੇ ਕਿਤੇ ਫਸ ਨਾ ਜਾਇਓ, ਮਤਲਬ ਸਰਕਾਰ ਦੀ ਪੂਰੀ ਨਿਗਾਹ ਆ ਵੀ ਸਾਡੇ ਖਿਲਾਫ ਕੌਣ ਬੋਲ ਰਿਹਾ, ਸਾਡੇ ਸਿਲੰਡਰਾਂ ਖਿਲਾਫ ਕੌਣ ਬੋਲ ਰਿਹਾ। ਤੇ ਜੇ ਇਹੋ ਜਿਹੇ ਕੰਮ ਕੀਤਾ ਤਾਂ ਉਹਨਾਂ ਦੀ ਨਜ਼ਰ ਆ ਜਾਣੀ ਆ। IT ਉਹਨਾਂ ਦਾ ਸੈੱਲ ਬੜਾ ਤਕੜਾ ਆ। ਇਨਫੋਰਮੇਸ਼ਨ ਟੈਕਨੋਲੋਜੀ ਦੇ ਤਹਿਤ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਵੀ ਸਾਡੇ ਖਿਲਾਫ ਗਈ ਆ ਤਾਂ ਉਹਨਾਂ ਨੇ ਟਵਿੱਟਰ ਨੂੰ, ਫੇਸਬੁੱਕ ਨੂੰ, ਜਿਹਨੂੰ ਵੀ ਕਹਿਣਾ ਉਹਨਾਂ ਨੇ ਆਦੇਸ਼ ਦੇ ਦੇਣਾ, ਭਾਈ ਇਹ 24 ਘੰਟੇ ਚੱਕ, ਨਹੀਂ ਚੱਕਿਆ ਤਾਂ ਤੇਰਾ ਕੰਮ ਗਿਆ। ਲਓ, ਅਸੀਂ ਵੈਸੇ ਇਸ ਸੱਚ ਬੋਲਣ ਤੋਂ ਪਿੱਛੇ ਨਹੀਂ ਹਟਣਾ ਤੇ ਕੇਜਰੀਵਾਲ ਵੀ ਸ਼ਾਇਦ ਸੱਚ ਬੋਲ ਰਹੇ ਨੇ। ਉਹਨਾਂ ਨੇ ਕੇਂਦਰ ਸਰਕਾਰ ਤੇ ਗੰਭੀਰ ਦੋਸ਼ ਲਾਏ ਨੇ, ਉਹ ਭਲਾ ਕੀ ਆਖ ਰਹੇ ਨੇ? ਦੇਖੋ, ਮਹਾ ਪੰਚਾਇਤਾਂ ਦਾ ਕੰਮ ਚੱਲ ਰਿਹਾ, ਦੌਰ ਚੱਲ ਰਿਹਾ, ਕਿਸਾਨ ਆਪਣੇ ਤੌਰ ਤੇ ਕਰ ਰਹੇ ਆ ਔਰ ਉਹਨਾਂ ਦਾ ਤਾਂ ਇੱਕ ਮਕਸਦ ਆ ਕਿ ਅਸੀਂ ਖੇਤੀ ਕਾਨੂੰਨ ਵਾਪਸ ਕਰਾਉਣੇ ਆ। ਆਪਣੀ ਹੋਂਦ ਔਰ ਪ੍ਰੈਸ਼ਰ ਦਬਾਅ ਸਰਕਾਰ ਤੇ ਜਿੰਨਾ ਵੱਧ ਤੋਂ ਵੱਧ ਹੋ ਸਕੇ ਪਾਉਣਾ ਆ ਔਰ ਪਾ ਵੀ ਰਹੇ ਆ।
ਉਸ ਦੇ ਨਾਲ ਜਿਹੜਾ ਸਿਆਸੀ ਪਾਰਟੀਆਂ ਨੇ ਆਪ ਦਾ ਹੀ ਇਹ ਚਲਾ ਲਿਆ ਕੰਮ ਵੀ ਮਹਾ ਪੰਚਾਇਤਾਂ ਅਸੀਂ ਕਰ ਲਈਏ, ਤੇ ਉਹਦੇ ਵਿੱਚ ਉਹ ਆਪਣੀ ਸਿਆਸਤ ਚਮਕਾਉਣ ਨੂੰ ਲੱਗੇ ਆ। ਕਾਂਗਰਸ ਵੀ ਕਰ ਰਹੀ ਆ, ਕੋਈ ਕੇਰਲ ਜਾ ਕੇ ਕਰ ਰਿਹਾ, ਰਾਹੁਲ ਗਾਂਧੀ ਹੁਣੇ, ਤੇ ਯੂਪੀ ਦੇ ਵਿੱਚ ਪ੍ਰਿਯੰਕਾ ਗਾਂਧੀ ਕਰ ਰਹੀ ਆ, ਤੇ ਆਪ ਵਾਲੇ ਕਹਿੰਦੇ ਆ ਵੀ ਅਸੀਂ ਕਿਉਂ ਪਿੱਛੇ ਰਹੀਏ। ਤਾਂ ਉਹਨਾਂ ਨੇ ਵੀ ਮੇਰਠ ਦੇ ਵਿੱਚ ਕਿਸਾਨ ਮਹਾ ਪੰਚਾਇਤ ਰੱਖੀ ਸੀ, ਜਿੱਥੇ ਅਰਵਿੰਦ ਕੇਜਰੀਵਾਲ ਹੁਣੀ ਗਏ ਸੀਗੇ, ਭਗਵੰਤ ਮਾਨ ਵੀ ਸੀਗੇ ਉੱਥੇ। ਉਹਨਾਂ ਨੇ ਬੜਾ ਵੱਡਾ ਔਰ ਗੰਭੀਰ ਦੋਸ਼ ਭਾਜਪਾ ਤੇ ਲਾਤਾ ਵੀ 26 ਜਨਵਰੀ ਨੂੰ ਜੋ ਕੁਝ ਲਾਲ ਕਿਲ੍ਹਾ ਘਟਨਾਕ੍ਰਮ ਵਾਪਰਿਆ ਉਹਦੇ ਪਿੱਛੇ ਪੂਰੀ ਤਰ੍ਹਾਂ ਭਾਜਪਾ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਸੀਗੀ। ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਮੈਨੂੰ ਕਿਸਾਨਾਂ ਨੇ ਆ ਕੇ ਦੱਸਿਆ ਵੀ ਸਾਨੂੰ ਜਾਣ ਬੁੱਝ ਕੇ ਰਸਤੇ ਤੋਂ ਡਾਈਵਰਟ ਕਰਕੇ ਲਾਲ ਕਿਲ੍ਹੇ ਵਾਲੇ ਰਸਤੇ ਪਾਇਆ ਗਿਆ। ਇਹਦੇ 'ਚ ਕੋਈ ਸ਼ੱਕ ਨਹੀਂ, ਆਪਾਂ ਵੀ ਬਹੁਤ ਵਾਰੀ ਕਹਿੰਦੇ ਆਏ ਆ ਵੀ ਜਿਹੜੇ ਪੰਜਾਬ ਤੋਂ ਗਏ ਸੀ, ਚਾਹੇ ਨੌਜਵਾਨ ਸੀ ਚਾਹੇ ਬਜ਼ੁਰਗ ਸੀਗੇ, ਜੋ ਵੀ ਕਿਸਾਨ ਗਏ ਸੀ, ਦਿੱਲੀ ਦੇ ਰਸਤਿਆਂ ਤੋਂ ਨੂੰ ਸਪੈਸ਼ਲੀ ਜੇ ਜ਼ਿਕਰ ਕਰੀਏ ਤਾਂ ਸਵਾਏ ਡਰਾਈਵਰਾਂ ਦੇ, ਜਿਹੜੇ ਡਰਾਈਵਰ ਆਮ ਏਅਰਪੋਰਟ ਨੂੰ ਜਾਂਦੇ ਆ ਉਹਨਾਂ ਨੂੰ ਜ਼ਿਆਦਾ ਪਤਾ ਹੋ ਸਕਦਾ, ਬਾਕੀ ਕਿਸੇ ਨੂੰ ਜੇ ਇੱਕ ਦੋ ਵਾਰੀ ਗਿਆ ਨੂੰ ਨਹੀਂ ਪਤਾ ਲੱਗਦਾ, ਕਿਉਂਕਿ ਉੱਥੇ ਘੁੰਮਣ ਘੇਰੀਆਂ ਇਹੋ ਜਿਹੀਆਂ ਆ ਵੀ ਛੇਤੀ ਕਿਤੇ ਬੰਦਾ ਉੱਥੋਂ ਨਿਕਲਦਾ ਨਹੀਂ। ਉਹ ਗੱਲ ਉਹਨਾਂ ਦੀ ਇਸ ਕਰਕੇ ਵੀ ਮੈਂ ਤਾਂ ਕਹਿ ਰਿਹਾ ਕਿਉਂਕਿ ਆਪਾਂ ਵੀ ਬਹੁਤ ਵਾਰੀ ਗੱਲ ਕੀਤੀ ਵੀ ਉਹਨਾਂ ਨੂੰ ਰਸਤਿਆਂ ਦਾ ਪਤਾ ਹੀ ਨਹੀਂ ਸੀ ਕਿੱਧਰ ਨੂੰ ਜਾਣਾ। ਜਿੱਧਰ ਉਹਨਾਂ ਨੇ ਮੋੜਤਾ, ਹਾਂ ਵੀ ਇੱਧਰ ਨੂੰ ਜਾਣਾ ਜੇ ਇੱਧਰ ਹੀ ਆ, ਜੇ ਇਸ ਪਾਸੇ ਨੂੰ ਤੁਰ ਪਓ, ਉੱਧਰ ਨੂੰ ਜਾਣਾ ਉੱਧਰ ਨੂੰ ਤੁਰ ਪਏ, ਕੋਈ ITU ਨੂੰ ਤੋਰਤਾ, ਕੋਈ ਲਾਲ ਕਿਲ੍ਹੇ ਨੂੰ ਤੋਰਤਾ। ਇਹਦੇ ਵਿੱਚ ਜ਼ਰੂਰ ਸਾਜ਼ਿਸ਼ ਸੀਗੀ, ਪਲੈਨਿੰਗ ਸੀਗੀ, ਇਹਦੀ ਜਾਂਚ ਹੋਣੀ ਚਾਹੀਦੀ ਆ। ਕਈ ਵਾਰ ਕਹਿ ਚੁੱਕੇ ਆ, ਕੇਜਰੀਵਾਲ ਸਾਹਿਬ ਨੇ ਵੀ ਉਹੀ ਗੱਲ ਦੁਹਰਾਈ ਆ ਵੀ ਇਹ ਸਾਰੀ ਪਲੈਨਿੰਗ ਤਹਿਤ, ਸਾਜ਼ਿਸ਼ ਤਹਿਤ ਕਿਸਾਨਾਂ ਨੂੰ ਫੇਲ ਕਰਨ ਲਈ, ਕਿਸਾਨਾਂ ਨੂੰ ਬਦਨਾਮ ਕਰਨ ਲਈ, ਅੰਦੋਲਨ ਖਤਮ ਕਰਨ ਦੀ ਸਾਰੀ ਸਾਜ਼ਿਸ਼ ਸੀਗੀ। ਬੇਸ਼ੱਕ ਉਹ ਕਾਮਯਾਬ ਸਰਕਾਰ ਦਿੱਲੀ ਪੁਲਿਸ ਨਹੀਂ ਹੋਈ ਆ, ਪਰ ਢਾਹ ਜ਼ਰੂਰ ਉਹਨੇ ਅੰਦੋਲਨ ਨੂੰ ਕੁਝ ਹੱਦ ਤੱਕ ਲਾ ਦਿੱਤੀ ਸੀਗੀ। ਉੱਭਰ ਰਹੇ ਉਹਦੇ ਵਿੱਚੋਂ ਥੋੜੇ ਉੱਭਰ ਗਏ ਆ, ਆਉਂਦੇ ਸਮੇਂ 'ਚ ਹੋਰ ਉੱਭਰ ਰਹੇ ਆ, ਪਰ ਹੁਣ ਜਿਹੜਾ ਪੂਰੀ ਤਰ੍ਹਾਂ ਜ਼ੋਰ ਲੱਗਾ ਹੋਇਆ ਜਿਹੜੇ ਨੌਜਵਾਨ ਜੇਲ੍ਹਾਂ 'ਚ ਡੱਕੇ ਹੋਏ ਆ, ਕਿਸਾਨ ਡੱਕੇ ਹੋਏ ਆ, ਉਹਨਾਂ ਨੂੰ ਛੁਡਾਉਣ ਦੇ ਵਿੱਚ। ਕੇਜਰੀਵਾਲ ਸਾਹਿਬ ਵੀ ਹੁਣ ਜਿੱਥੇ ਉਹ ਗੁਜਰਾਤ ਦੇ ਵਿੱਚ ਸਥਾਨਕ ਚੋਣਾਂ 'ਚ ਆਮ ਆਦਮੀ ਪਾਰਟੀ ਆਪਣੀ ਹੋਂਦ ਦਰਸਾ ਚੁੱਕੀ ਆ, ਇਸ ਦੌਰ ਦੇ ਵਿੱਚ ਜਾ ਕੇ ਵੀ ਉਹਨੇ ਭਾਜਪਾ ਨੂੰ ਟੱਕਰ ਦਿੱਤੀ ਆ। ਔਰ ਸੂਰਤ ਦੀ ਨਗਰ ਨਿਗਮ ਦੇ ਵਿੱਚ ਦੂਜੀ ਵੱਡੀ ਪਾਰਟੀ ਉੱਭਰ ਕੇ ਆਈ ਆ, ਕਾਂਗਰਸ ਨੂੰ ਪਛਾੜ ਦਿੱਤਾ ਆ। ਹੁਣ ਉਹਨਾਂ ਦਾ ਜਿਹੜਾ ਮਕਸਦ ਆ, ਕਿਉਂਕਿ ਯੂਪੀ ਦੇ ਵਿੱਚ ਉਹ ਐਲਾਨ ਕਰ ਚੁੱਕੇ ਆ ਵੀ ਅਸੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨੀਆਂ ਆ, ਉਹ ਹੁਣ ਕਿਸਾਨਾਂ ਦੇ ਮੋਢਾ ਤੇ ਉੱਤੇ ਰੱਖ ਕੇ ਆਪਣੀ ਸਿਆਸਤ ਚਮਕਾਉਣ ਨੂੰ ਯੂਪੀ ਦੇ ਵਿੱਚ ਆਉਣ ਵਾਲੇ ਸਮੇਂ 'ਚ ਲੱਗਦਾ ਹੋਰ ਵੀ ਐਸੇ ਆ ਕਿਸਾਨ ਮਹਾ ਪੰਚਾਇਤਾਂ ਕਰਨਗੇ। ਤੇ ਅਵਤਾਰ ਜੀ, ਆਪਾਂ ਅਗਲੇ ਮੁੱਦੇ ਵੱਲ ਪਰਤਦੇ ਹਾਂ, ਪਰ ਲੈਂਦੇ ਹਾਂ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ 'ਚ ਮੁੜ ਤੋਂ ਸਵਾਗਤ ਹੈ। ਅਵਤਾਰ ਜੀ, ਅਗਲੇ ਮੁੱਦੇ ਵੱਲ ਆਈਏ। ਵਪਾਰੀਆਂ ਨੂੰ ਕਿੱਥੋਂ ਸੇਕ ਲੱਗ ਰਿਹਾ ਭਲਾ ਇਸ ਵੇਲੇ? ਦੇਖੋ, ਗੱਲ ਜਦੋਂ ਖੇਤੀ ਕਾਨੂੰਨਾਂ ਦੀ ਕਰਦੇ ਆ ਨਾ, ਤਾਂ ਆਪਾਂ ਹਰ ਵੇਲੇ ਇਹੀ ਆਉਂਦਾ ਵੀ ਹੁਣ ਤਾਂ ਖੇਤੀ ਕਾਨੂੰਨ ਕੁਝ ਨਹੀਂ ਕਹਿਣਗੇ, ਕਹਿ ਵੀ ਨਹੀਂ ਰਹੇ ਸੀਗੇ ਜੀ, ਵੀ ਇਹਦਾ ਪਤਾ ਲੱਗੂਗਾ 1-2 ਸਾਲ ਬਾਅਦ ਵੀ ਕਿਸ ਭਾਅ ਵਿਕਦੀ ਆ ਇਹ, ਵੀ ਖੇਤੀ ਕਾਨੂੰਨ ਕਿਵੇਂ ਦੇ ਬਣਾਏ ਆ। ਕਿਉਂਕਿ ਸਰਕਾਰ ਤਾਂ ਇਹਦੇ ਗੁਣ ਗਾਉਣੋਂ ਹਜੇ ਵੀ ਨਹੀਂ ਰੁਕਦੀ, ਨਾ ਹੀ ਥੱਕਦੀ ਆ, ਔਰ ਇਹ ਰੱਟ ਲਾ ਕੇ ਰੱਖੀ ਆ ਵੀ ਉਹ ਕਿਸਾਨਾਂ ਲਈ ਲਾਹੇਵੰਦ ਆ, ਸਾਰੇ ਲਈ ਲਾਹੇਵੰਦ ਆ। ਜਿਹੜੀ ਹੁਣ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਆ ਵੀ ਜਿਹੜੀ ਭਾਜਪਾ ਦੀ ਬਹੁਤ ਹੀ ਪੱਖ ਰੱਖਣ ਵਾਲੀ ਵਰਗ ਆ, ਜਿਹੜਾ ਪੱਖ ਰੱਖਣ ਵਾਲਾ, ਉਹ ਵਪਾਰੀਆਂ ਦਾ ਵਰਗ ਆ। ਜੇ ਆਪਾਂ ਕਹੀਏ ਵਪਾਰੀ, ਉਹ ਭਾਜਪਾ ਦੇ ਨਾਲ ਹੀ ਜੁੜਿਆ ਆ। ਪਿਛਲੇ 6-7 ਸਾਲਾਂ ਦਾ ਵੀ ਆਪਾਂ ਪੜਚੋਲ ਕਰਕੇ ਦੇਖੀਏ ਤਾਂ ਜ਼ਿਆਦਾ ਜਿਹੜੀ ਹਮਾਇਤ ਵਪਾਰੀਆਂ ਦੀ ਭਾਜਪਾ ਨੂੰ ਹੀ ਰਹੀ ਆ। ਉਹ ਵੀ ਇਸ ਵੇਲੇ ਪੂਰੀ ਤਰ੍ਹਾਂ ਤਿਲ ਮਿਲਾ ਉੱਠਿਆ ਆ ਖੇਤੀ ਕਾਨੂੰਨਾਂ ਨੂੰ ਲੈ ਕੇ। ਕਾਰਨ ਕੀ ਆ ਬਈ ਉਹ ਜਿਹੜੇ ਭੰਡਾਰ ਕੀਤੀ ਹੋਈ ਫਸਲ ਦੇ ਭਾਅ ਇੰਨੇ ਕੁ ਡਿੱਗ ਗਏ ਆ ਵੀ ਉਹ ਹੁਣ ਰੋਜ਼ ਪਾਣੀ ਪੀ ਵੀ ਕੋਸ ਰਹੇ ਆ ਭਾਜਪਾ ਨੂੰ, ਤਾਂ ਪਾਣੀ ਤੋਂ ਬਿਨਾਂ ਵੀ ਕੋਸ ਰਹੇ ਆ। ਅੱਛਾ ਜੀ। ਉਹਨਾਂ ਨੂੰ ਇਹ ਸੀਗਾ ਵੀ ਸ਼ਾਇਦ ਇਹ ਕਿਸਾਨਾਂ ਤੱਕ ਹੀ ਸੀਮਤ ਰਹੂਗਾ, ਪਰ ਹਾਲ ਦੀ ਘੜੀ ਉਹਨਾਂ ਨੂੰ ਵੀ ਸਮਝ ਲੱਗ ਗਈ ਆ ਕਿ ਖੇਤੀ ਕਾਨੂੰਨਾਂ ਨਾਲ ਕੇਵਲ ਕਿਸਾਨ ਵਰਗ ਹੀ ਨਹੀਂ ਪ੍ਰਭਾਵਿਤ ਹੋਊਗਾ, ਇਹਦੇ ਨਾਲ ਮਜ਼ਦੂਰ, ਆੜ੍ਹਤੀਏ, ਹੋਰ ਜਿੰਨੇ ਵਰਗ ਆ, ਤੇ ਨਾਲ ਦੀ ਨਾਲ ਆਪਾਂ ਵਪਾਰੀਆਂ ਦੀ ਜਿਹੜੀ ਹੁਣ ਗੱਲ ਨਵੀਂ ਆਈ ਆ ਉਹ ਵੀ ਪਤਾ ਲੱਗ ਗਿਆ ਵੀ ਉਹਨਾਂ ਨੂੰ ਕਿਸ ਹੱਦ ਤੱਕ ਸੇਕ ਲੱਗਣ ਵਾਲਾ ਆ ਜੀ। ਹਾਲੇ ਕਾਨੂੰਨ ਪੂਰੀ ਤਰ੍ਹਾਂ ਲਾਗੂ ਨਹੀਂ ਹੋਏ ਆ, ਕਿਉਂਕਿ ਸੰਘਰਸ਼ ਚੱਲ ਰਿਹਾ ਔਰ ਸਰਕਾਰ ਦੀ ਵੀ ਇਹ ਮਜਬੂਰੀ ਆ ਵੀ ਹੁਣ ਲਾਗੂ ਨਹੀਂ ਕਰਨਾ। ਕਹਿ ਵੀ ਚੁੱਕੇ ਆ, ਸੁਪਰੀਮ ਕੋਰਟ ਦੀ ਵੀ ਰੋਕ ਲੱਗੀ ਹੋਈ ਆ। ਬਾਵਜੂਦ ਇਸ ਦੇ ਵਪਾਰੀਆਂ ਨੂੰ ਜੋ ਭੰਡਾਰ ਕੀਤੀ ਹੋਈ ਫਸਲ ਦੇ ਮੁੱਲ ਇੰਨੇ ਘਟ ਗਏ ਆ ਵੀ ਉਹਨਾਂ ਨੂੰ ਪੱਲਿਓਂ ਦੇਣੇ ਪੈ ਰਹੇ ਆ। ਹੁੰਦਾ ਕੀ ਸੀਗਾ ਵੀ ਜਿਹੜੇ ਵੱਡੇ ਵਪਾਰੀ ਆ, ਛੋਟੇ ਵਪਾਰੀ ਭੰਡਾਰਾਂ ਤੋਂ ਅੱਗੇ ਫਸਲਾਂ ਖਰੀਦਦੇ ਸੀਗੇ। ਸਮੇਂ ਦੇ ਮੁਤਾਬਕ ਜਦੋਂ ਫਸਲ ਆਉਂਦੀ ਆ ਉਦੋਂ ਛੋਟੇ ਵਪਾਰੀ ਕੀ ਆ, ਜਿਹੜੇ ਭਾਅ ਚੱਲਦਾ ਹੁੰਦਾ MSP, ਉਦੋਂ ਤੋਂ ਖਰੀਦ ਕਰਕੇ ਭੰਡਾਰ ਕਰ ਦਿੰਦੇ ਹੁੰਦੇ ਆ। ਲਿਮਿਟ ਹੁੰਦੀ ਸੀ ਭੰਡਾਰਨ ਦੀ ਵੀ ਕਿੰਨੀ ਭੰਡਾਰ ਤੁਸੀਂ ਕਰ ਸਕਦੇ ਆ, ਕਿਸ ਹੱਦ ਤੱਕ ਸਟਾਕ ਕਰ ਸਕਦੇ ਆ। ਹੁਣ ਤਾਂ ਉਹ ਜਿਹੜੇ ਨਵੇਂ ਕਾਨੂੰਨਾਂ ਦੇ ਵਿੱਚ ਉਹ ਵੀ ਅਸੀਮਤ ਕਰ ਦਿੱਤੀ, ਅਨਲਿਮਿਟਿਡ ਕਰ ਦਿੱਤੀ ਆ। ਤੇ ਜੇ ਇਸ ਲਿਮਿਟ ਦੇ ਵਿੱਚ ਇਹ ਹਾਲ ਆ ਤਾਂ ਅਨਲਿਮਿਟਿਡ ਦੇ ਵਿੱਚ ਕੀ ਹੋਊਗਾ ਉਹ ਬਾਅਦ 'ਚ ਪਤਾ ਲੱਗੂਗਾ। ਵਪਾਰੀਆਂ ਨੇ ਫਸਲ ਭੰਡਾਰ ਕੀਤੀ,
ਫਸਲ ਦਾ ਸਮਾਂ ਲੰਘ ਗਿਆ, ਉਹਨਾਂ ਤੋਂ ਵੱਡੇ ਸਰਮਾਏਦਾਰ ਵਪਾਰੀਆਂ ਨੇ ਖਰੀਦਣੀ ਸੀਗੀ, ਪਰ ਉਹ ਹੁਣ ਨੱਕ ਵੱਟ ਲਿਆ। ਕਾਰਨ ਕੀ ਆ ਪਏ ਜਿਹੜੀ 1925 ਰੁਪਏ ਦੀ ਕਣਕ ਜਿਹੜੀ MSP ਤੇ ਸੀਗੀ, ਉਹ ਪਿਛਲੇ ਸਾਲ ਤਾਂ ਵਪਾਰੀਆਂ ਨੇ ਘੱਟੋ ਘੱਟ ਵੀ ਤਾਂ 1950 ਤੱਕ ਰੱਖ ਲਓ, ਚਾਹੇ 2000 ਤੱਕ ਰੱਖ ਲਓ, ਉਹਨਾਂ ਨੇ ਉਹ ਵੇਚੀ। ਹੁਣ ਦੀ ਹਾਲਤ ਕੀ ਆ ਵੀ ਉਹ 1600 1650 ਵਿਕ ਰਹੀ ਆ। ਮਤਲਬ ਕੀ ਆ, ਭੰਡਾਰ ਵੀ ਕਰਕੇ ਰੱਖਿਆ, ਫਸਲ ਦੀ ਸਾਂਭ ਸੰਭਾਲ ਵੀ ਕੀਤੀ, ਪੱਲਿਓਂ 300-400 ਰੁਪਈਆ ਵਪਾਰੀ ਨੂੰ ਦੇਣਾ ਪੈ ਰਿਹਾ। ਇਹੀ ਹਾਲ ਜੌਂ ਦਾ ਆ ਤੇ ਇਹੀ ਹਾਲ ਮੱਕੀ ਦਾ। ਮੱਕੀ ਦਾ ਤਾਂ ਵੈਸੇ ਹੀ ਆਪਾਂ ਦੇਖੀਏ ਤਾਂ ਫਸਲ ਦਾ ਇੱਕ ਦਾਣਾ ਵੀ ਨਹੀਂ ਚੁੱਕਿਆ ਗਿਆ ਸੀਗਾ, ਤੇ ਜੋ MSP ਮਿਥਿਆ ਸੀਗਾ ਉਹਦੇ ਤੋਂ ਅੱਧ ਮੁੱਲ ਤੇ ਕਿਸਾਨਾਂ ਨੂੰ ਵੇਚਣੀ ਪਈ, ਕਿਸਾਨਾਂ ਤੋਂ ਖਰੀਦੀ ਗਈ ਅੱਧ ਮੁੱਲ ਤੇ। ਅੱਧ ਮੁੱਲ ਤੋਂ ਲੈਣ ਦੇ ਬਾਵਜੂਦ ਗਾਹਾਂ ਮੱਕੀ ਉਹਨਾਂ ਦੀ ਉਸ ਮੁੱਲ ਤੇ ਉਹਨਾਂ ਨੂੰ ਪੂਰਾ ਭਾਅ ਨਹੀਂ ਮਿਲੀ, ਵਪਾਰੀ ਮਾਰਿਆ ਗਿਆ। ਗਵਾਰਾ ਦਾ ਵੀ ਇਹ ਹਾਲ ਆ, ਬਾਜਰੇ ਦਾ ਵੀ ਇਹ ਹਾਲ ਆ। ਸੋ ਇਹ ਖੇਤੀ ਕਾਨੂੰਨਾਂ ਦਾ ਜਿਹੜਾ ਰੂਪ ਆ, ਜਿਹੜੇ ਅੰਦਰਲੇ ਗੁੱਝੇ ਭੇਦ ਆ, ਉਹ ਨਿਕਲਣੇ ਸਾਹਮਣੇ ਆ ਗਏ ਆ। ਕਿਸਾਨ ਆਗੂਆਂ ਦਾ ਵੀ ਪ੍ਰਤੀਕਰਮ ਇਹੀ ਆ ਵੀ ਅਸੀਂ ਝੂਠ ਥੋੜੀ ਬੋਲਦੇ ਸੀ, ਅਸੀਂ ਕੋਈ ਗੱਲ ਥੋੜੀ ਕਹਿ ਰਹੇ ਸੀ। ਹੁਣ ਤੁਹਾਡੇ ਸਾਹਮਣੇ ਆ, ਹੁਣ ਤਾਂ ਤੁਹਾਡਾ ਆਪਣਾ ਵਪਾਰੀ ਵਰਗ ਹੀ ਕਹਿਣ ਲੱਗ ਪਿਆ ਵੀ ਇਹ ਖੇਤੀ ਕਾਨੂੰਨ ਜਿਹੜੇ ਆ ਇਹ ਇਸ ਹੱਦ ਤੱਕ ਮਾਰੂ ਆ ਵੀ ਅਸੀਂ ਵੀ ਮਰ ਜਾਣਾ। ਕਿਸਾਨ ਤਾਂ ਮਰੇ ਰਿਹਾ ਵੀ ਅਸੀਂ ਵੀ ਮਰ ਜਾਣਾ। ਤੇ ਕਿਸਾਨ ਆਗੂ ਟਕੈਤ ਨੇ ਨਵਾਂ ਕੀ ਕਿਹਾ ਭਲਾ? ਹੁਣ ਟਕੈਤ ਸਾਹਿਬ ਜਿਹੜੇ ਆ ਬੇਬਾਕ ਬੋਲਣ ਵਾਲੇ ਕਿਸਾਨ ਆਗੂ ਆ, ਉਹ ਆਏ ਦਿਨ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਆਪਣੇ ਤੌਰ ਤੇ ਵੀ ਦਿੰਦੇ ਰਹਿੰਦੇ ਆ, ਤਾਂ ਵੈਸੇ ਵੀ ਉਹਨਾਂ ਦਾ ਜਿਹੜਾ ਬੋਲਣਾ ਆ ਉਹ ਬੜਾ ਬੇਬਾਕ ਤਰੀਕੇ ਨਾਲ ਬੋਲਦੇ ਆ। ਹੁਣ ਉਹਨਾਂ ਨੇ ਸਾਫ਼ ਕਿਹਾ ਭਾਈ ਤੁਸੀਂ ਟਰੈਕਟਰ ਦੇ ਵਿੱਚ ਤੇਲ ਭਰਵਾ ਕੇ ਰੱਖੋ। ਇਹਦਾ ਇੱਕ ਮਤਲਬ ਇਹ ਵੀ ਆ ਵੀ ਉਹਨਾਂ ਨੇ ਪਤਾ ਨਹੀਂ ਕਦੋਂ ਸੱਦ ਲੈਣਾ। ਟਿਕਾ ਸਾਹਿਬ ਨੇ ਕਿਹਾ ਵੀ ਪਤਾ ਨਹੀਂ ਕਦੋਂ ਬੁਲਾਵਾ ਆ ਜਾਵੇ, ਆਪਦੇ ਟਰੈਕਟਰ ਨੂੰ ਪੂਰੀ ਤਰ੍ਹਾਂ ਤਿਆਰੀ ਰੱਖੋ, ਟਰੈਕਟਰ ਟਰਾਲੀਆਂ ਲੈ ਕੇ ਪਹੁੰਚਣਾ ਆ। ਉਹਨਾਂ ਦਾ ਇਸ ਤੋਂ ਪਹਿਲਾਂ ਦਾ ਇੱਕ ਬਿਆਨ ਸੀਗਾ ਵੀ ਹੁਣ ਅਸੀਂ ਸੰਸਦ ਘੇਰਾਂਗੇ, ਜਿਹਦੇ ਤੇ ਕਾਫੀ ਵਿਵਾਦ ਵੀ ਹੋਇਆ ਸੀਗਾ। ਸੰਯੁਕਤ ਮੋਰਚੇ ਨੇ ਉਹਦੇ ਤੋਂ ਦੂਰੀ ਵੀ ਬਣਾ ਲਈ ਸੀਗੀ ਵੀ ਨਹੀਂ, ਇਹ ਟਿਕੈਤ ਸਾਹਿਬ ਦਾ ਆਪਣਾ ਨਿੱਜੀ ਬਿਆਨ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਅੱਗੇ ਤਾਂ 4 ਲੱਖ ਟਰੈਕਟਰ ਸੀਗੇ, ਹੁਣ 40 ਲੱਖ ਆਉਣਗੇ। ਹੁਣ 40 ਲੱਖ ਟਰੈਕਟਰਾਂ ਦੇ ਲਈ ਉਹਨਾਂ ਨੇ ਇਹ ਐਲਾਨ ਨਵਾਂ ਕਰ ਦਿੱਤਾ ਵੀ ਆਪ ਦੀ ਤਿਆਰੀ ਰੱਖੋ, ਤੇਲ ਭਰਵਾ ਕੇ ਰੱਖੋ। ਜੇ ਅਗਲੀ ਗੱਲ ਇਹਦੇ ਨਾਲ ਜੋੜ ਦਈਏ ਹੋਰ ਵੀ ਤੇਲ ਭਰਵਾ ਕੇ ਇਸ ਕਰਕੇ ਰੱਖੋ ਕਿਉਂਕਿ ਪਤਾ ਨਹੀਂ ਤੇਲ ਹੋਰ 150 ਤੱਕ ਨਾ ਪਹੁੰਚ ਜਾਵੇ। ਇਹਦੇ ਨਾਲ ਵੀ ਆਪਾਂ ਇਹਦੇ ਨਾਲ ਵੀ ਜੁੜਿਆ ਜਾ ਸਕਦਾ। ਭਾਈ ਆਪਣੀ ਤਿਆਰੀ ਡਰਮ ਜਿਹੜੇ ਹੈਗੇ ਭਰਾ ਲਓ, ਪਤਾ ਨਹੀਂ ਹੁਣ ਇਸੇ ਅੰਦੋਲਨ ਨੂੰ ਕਿਸਾਨਾਂ ਨੂੰ ਹੋਰ ਤੰਗ ਕਰਨ ਦੇ ਲਈ ਸਰਕਾਰ ਪਤਾ ਨਹੀਂ 150 ਤੱਕ ਲੈ ਜਾਵੇ ਤਾਂ ਮੁੜ ਕੇ ਔਖਾ ਹੋ ਜਾਊਗਾ। ਖੈਰ ਕਿੰਨਾ ਚਿਰ ਤੱਕ ਆਪਾਂ ਉਹ ਭੰਡਾਰ ਕਰਦੇ ਰਹਾਂਗੇ ਜਾਂ ਸਟਾਕ ਕਿੰਨਾ ਕੁ ਕਰ ਲਾਂਗੇ, ਲੋੜ ਤਾਂ ਉਹਦੀ ਪੈਂਦੀ ਰਹਿਣੀ ਆ। ਆਏ ਦਿਨ ਗਾਹਾਂ ਗਾਹੀ ਵੀ ਚੱਲਣੀ ਆ, ਕਣਕ ਦਾ ਸੀਜ਼ਨ ਚੱਲ ਆਉਣ ਵਾਲਾ ਹੈ, ਹੋਰ ਮਹੀਨੇ ਕੁ ਤੱਕ ਇਹਦੀ ਵਾਢੀ ਸ਼ੁਰੂ ਹੋ ਜਾਣੀ ਆ, ਤੇ ਉਹਦੇ ਲਈ ਤੇਲ ਦੀ ਬਹੁਤ ਜ਼ਰੂਰਤ ਪੈਣੀ ਆ। ਟਿਕੈਤ ਸਾਹਿਬ ਦਾ ਇਹ ਜਿਹੜਾ ਐਲਾਨ ਆ ਇਸ ਤੋਂ ਪਹਿਲਾਂ ਦਾ ਵੀ ਸੀਗਾ। ਕਿਸਾਨ ਮੰਨਦੇ ਬਹੁਤ ਆ ਉਹਨਾਂ ਦੇ ਇਸ ਕਿਸੇ ਵੀ ਤਰ੍ਹਾਂ ਦੇ ਐਲਾਨ ਨੂੰ, ਕਿਸੇ ਵੀ ਤਰ੍ਹਾਂ ਦੇ ਬਿਆਨ ਨੂੰ। ਜੇ ਉਹਨਾਂ ਨੇ ਕਿਹਾ ਸੀਗਾ ਵੀ ਹਰ ਕਿਸਾਨ ਜਿਹੜਾ ਆ ਉਹ ਆਉਂਦੇ ਸਮੇਂ ਦੇ ਵਿੱਚ ਇੱਕ ਫਸਲ ਦੀ ਕੁਰਬਾਨੀ ਦੇਣ ਨੂੰ ਵੀ ਤਿਆਰ ਰਵੇ, ਉਹ ਕਿਸਾਨਾਂ ਨੇ ਉਹਨੂੰ ਉਲਟ ਲੈ ਲਿਆ। ਹੁਣ ਕੱਲ ਦੀ ਗੱਲ ਆ ਵੀ ਇੱਕ ਥਾਂ ਤੇ 5 ਖੇਤ ਕਿਸੇ ਨੇ ਕਣਕ ਦੇ ਉਹੀ ਵਾਹ ਦਿੱਤੇ। ਇਹ ਗੱਲ ਨਹੀਂ ਹੋਣੀ ਚਾਹੀਦੀ ਆ। ਉਹਨਾਂ ਨੇ ਤੇ ਕਿਹਾ ਸੀ ਕੁਰਬਾਨੀ ਦੇਣ ਲਈ ਤਿਆਰ ਆ, ਫਸਲ ਨੂੰ ਖਤਮ ਵੀ ਕਰ ਸਕਦਾ ਵੀ ਜੇ ਸਾਨੂੰ ਅੰਦੋਲਨ ਲਈ ਅੱਗੇ ਵਧਣਾ ਪਵੇ, ਜੇ ਸਰਕਾਰ ਨਾ ਮੰਨੀ ਤਾਂ। ਪਰ ਕਿਸਾਨ ਆ ਪਏ ਉਹਨਾਂ ਦੀ ਗੱਲ ਤੇ ਇਸ ਤਰੀਕੇ ਨਾਲ ਭਾਵੁਕ ਹੋ ਜਾਂਦੇ ਆ ਵੀ ਉਹਨਾਂ ਨੇ ਫਟਾਫਟ ਉਹੀ ਕੰਮ ਕਰਨਾ ਸ਼ੁਰੂ ਕਰਤਾ। ਜੀਂਦ ਵਿੱਚ ਵੀ ਹੋਇਆ, ਭਵਾਨੀ 'ਚ ਹੋਇਆ, ਪੰਜਾਬ 'ਚ ਮਲੋਟ ਇਲਾਕੇ 'ਚ ਕਈਆਂ ਥਾਵਾਂ 'ਤੇ ਹੋਇਆ। ਇਹ ਗੱਲ ਨਹੀਂ ਹੋਣੀ ਚਾਹੀਦੀ ਆ। ਕਿਸਾਨਾਂ ਨੇ ਫਸਲ ਬੜੇ ਪੁੱਤਾਂ ਵਾਂਗੂ ਪਾਲੀ ਹੁੰਦੀ ਆ, ਉਹਦੇ ਤਿਆਰ ਕੀਤੀ ਹੁੰਦੀ ਆ, ਔਰ ਹੁਣ ਪੂਰੀ ਜੋਬਨ 'ਤੇ ਆ। ਸੋ ਇਹ ਟਕੈਤ ਨੂੰ ਵੀ ਚਾਹੀਦਾ ਵੀ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੇ 40 ਆਗੂ ਆ, 500 ਜਥੇਬੰਦੀਆਂ ਦੇ ਦੇਸ਼ ਭਰ ਦੇ, ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਕੋਈ ਵੀ ਪ੍ਰੋਗਰਾਮ ਦੇਣਾ ਆ ਉਹ ਬਕਾਇਦਾ ਮੀਟਿੰਗ ਕਰਕੇ ਸਲਾਹ ਨਾਲ ਦਿੱਤੀ ਜਾਵੇ, ਤਾਂ ਉਹਦਾ ਫਾਇਦਾ ਹੋਊਗਾ। ਅੰਦੋਲਨ ਨੂੰ ਵੀ ਤਾਂ ਹੀ ਉਹਦਾ ਫਾਇਦਾ ਹੋਊਗਾ। ਅਵਤਾਰ ਜੀ, ਪੈਟਰੋਲ ਦੀ ਗੱਲ ਤੁਸੀਂ ਕਰ ਲਈ ਹੈ ਤੇ ਹੁਣ ਦੁੱਧ ਦੀ ਗੱਲ ਵੀ ਕਰ ਲਈਏ। ਤੇ ਦੁੱਧ ਕਿਤੇ 100 ਰੁਪਏ ਲੀਟਰ ਕਿੰਨੇ ਐਲਾਨ ਕੀਤਾ ਦੇਣਾ ਹੈ? ਦੇਖੋ ਜੀ, ਉਹ ਕਹਿੰਦੇ ਸਰਕਾਰ ਜੇ 100 ਰੁਪਏ ਪੈਟਰੋਲ ਕਰ ਸਕਦੀ ਤੇ ਉਹ ਵੀ ਕੱਚਾ ਤੇਲ ਕੰਪਨੀਆਂ ਤੋਂ ਮੰਗਾ ਕੇ, ਬਾਹਰੋਂ ਬਹੁਤ ਸਸਤਾ ਮੰਗਾ ਕੇ ਉਹ ਇੰਨਾ ਮੁਨਾਫਾ ਕਮਾ ਸਕਦੀ ਆ। ਤੇ ਅਸੀਂ ਤਾਂ ਦੁੱਧ ਪੈਦਾ ਆਪ ਕਰਨ ਵਾਲੇ ਇਨਸਾਨ ਆ। ਸਾਡੇ ਪਸ਼ੂ ਡੰਗਰ ਆਪ ਘਰ ਰੱਖੇ ਹੋ ਆ, ਉਹਨਾਂ ਨੂੰ ਮਿਹਨਤ ਕਰੀਦੀ ਆ, ਚਾਰਾ ਪਾਈਦਾ, ਪੱਠੇ ਪਾਈਦੇ, ਸਾਰਾ ਦਿਨ ਲੱਗੇ ਰਹੀਦਾ। ਪਸ਼ੂਆਂ ਨਾਲ ਪਸ਼ੂ ਹੋਣਾ ਪੈਂਦਾ, ਫੇਰ ਜਾ ਕੇ ਪੂਰਾ ਮੁੱਲ ਮਿਲਦਾ। ਤੇ ਜੇ ਆਪਾਂ ਵੀ ਉਹ ਪੈਟਰੋਲ ਦੇ ਭਾਅ 100 ਰੁਪਏ ਦੇਵਾਂਗੇ ਤਾਂ ਸਾਨੂੰ ਕਿਹੜਾ ਰੋਕੂਗਾ? ਇਹ ਗੱਲ ਤਾਂ ਸਿਰਫ ਹਿਸਾਰ ਦੀ ਇੱਕ ਖਾਪ ਪੰਚਾਇਤ ਨੇ ਐਲਾਨ ਕੀਤਾ ਸੀਗਾ ਬਈ ਜਿਹੜੇ ਮਾਰਚ ਦੇ ਪਹਿਲੇ 5 ਦਿਨ ਆ ਉਹ ਦੁੱਧ ਅਸੀਂ 100 ਰੁਪਏ ਤੋਂ ਘੱਟ ਨਹੀਂ ਵੇਚਣਾ। ਜੇ ਕੋਈ ਵੇਚੂਗਾ, ਜੇ ਕੋਈ ਇਹੋ ਜਿਹੀ ਕੋਸ਼ਿਸ਼ ਕਰੂਗਾ ਤਾਂ ਉਹਦਾ ਬਾਈਕਾਟ ਕੀਤਾ ਜਾਵੇ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਇਹਦੇ ਤੋਂ ਫਿਰ ਦੂਰੀ ਬਣਾ ਲਈ ਆ ਵੀ ਸਾਡੇ ਵੱਲੋਂ ਇਹੋ ਜਿਹਾ ਕੋਈ ਐਲਾਨ ਨਹੀਂ ਹੈਗਾ, ਇਹ ਉਹਨਾਂ ਦਾ ਨਿੱਜੀ ਆ, ਸਾਡੇ ਨਾਲ ਇਹਦਾ ਨਹੀਂ ਸੰਬੰਧ ਹੈਗਾ। ਪਰ ਹੁਣ ਸਵਾਲ ਇੱਥੇ ਇਹ ਉੱਠਦਾ 50 ਰੁਪਏ ਵਾਲਾ ਦੁੱਧ ਇੱਕਦਮ 100 ਰੁਪਏ ਹੋ ਜਾਊਗਾ, ਪਲੱਸ ਜਿਹੜਾ ਵੇਚੂਗਾ ਨਹੀਂ,
ਜਿਹਦੇ ਘਰ ਮੰਨ ਲਓ 4-5 ਡੰਗਰ ਰੱਖੇ ਆ, ਜਿਹਦਾ ਗੁਜ਼ਾਰਾ ਹੀ ਕਈ ਵਾਰੀ ਪਸ਼ੂਆਂ ਦੇ ਸਿਰ ਤੇ ਆ, ਖੇਤੀਬਾੜੀ ਵੀ ਛੋਟੀ ਮੋਟੀ ਕਰਦਾ ਕਿਸਾਨ, ਤੇ ਇਹਨਾਂ ਪਸ਼ੂਆਂ ਦੇ ਨਾਲ ਉਹਦਾ ਗੁਜ਼ਾਰਾ ਚੱਲਦਾ ਆ, ਉਹ ਕਿੰਨੇ ਦੇਰ ਤੱਕ ਆਪਣੇ ਕੋਲ ਦੁੱਧ ਸਟੋਰ ਕਰ ਸਕੂਗਾ। ਗਰਮੀਆਂ ਦਾ ਸਮਾਂ ਸ਼ੁਰੂ ਹੋ ਗਿਆ ਆ, ਦੁੱਧ ਬਹੁਤਾ ਚਿਰ ਰੱਖ ਵੀ ਨਹੀਂ ਸਕਦੇ, ਖਰਾਬ ਹੋ ਜਾਣਾ। ਇਹ ਇਸ ਕਰਕੇ ਵੀ ਕਾਰਗਰ ਨਹੀਂ ਹੋ ਸਕਦਾ, ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਇਹ ਕਾਲ ਦਿੱਤੀ ਗਈ ਸੀਗੀ ਕਿ ਦੇਖੋ ਸ਼ਹਿਰੀਆਂ ਦਾ ਬਿਲਕੁਲ ਬਾਈਕਾਟ ਕਰ ਦਿਓ, ਕੋਈ ਸਬਜ਼ੀ ਨਾ ਦੇਣ ਜਾਵੇ, ਕੋਈ ਦੁੱਧ ਨਾ ਦੇਣ ਜਾਵੇ। ਪਰ ਇਹਦੇ ਜਿਹੜਾ ਐਕਟਿਵਲੀ ਲਵਾਂਗੇ ਨਾ, ਇਹਨੂੰ ਪੂਰੀ ਤਰ੍ਹਾਂ ਨਾਲ ਕਾਰਗਰ ਤਾਂ ਨਹੀਂ ਸਾਬਤ ਹੁੰਦਾ, ਕਿਉਂਕਿ ਸਬਜ਼ੀਆਂ ਵੀ ਰੱਖੀਆਂ ਨਹੀਂ ਜਾ ਸਕਦੀਆਂ, ਦੁੱਧ ਵੀ ਜ਼ਿਆਦਾ ਚਿਰ ਰੱਖਿਆ ਨਹੀਂ ਜਾ ਸਕਦਾ। ਸੋ ਇਹ ਜੇ ਇੱਕ ਖਾਪ ਪੰਚਾਇਤ ਦਾ ਆ, ਤੇ ਕਿਸਾਨਾਂ ਦੀ ਜਿਹੜੀ ਇਹ ਕਾਲ ਆ ਉਹ ਪੂਰੇ ਦੇਸ਼ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਫੈਲ ਗਈ। ਪਹਿਲਾਂ ਵੀ 5 ਦਿਨ ਅਸੀਂ ਦੁੱਧ ਨਹੀਂ ਦੇਣਾ, ਨਾ ਦੋਧੀਆਂ ਨੂੰ, ਨਾ ਸ਼ਹਿਰ ਦੇਣ ਜਾਣਾ। ਇਹ ਵੀ ਇੱਕ ਕਿਸਮ ਨਾਲ ਜੇ ਪੰਚਾਇਤਾਂ ਕਰਦੀਆਂ ਤੇ ਜੇ ਸਲਾਹ ਮਸ਼ਵਰੇ ਨਾਲ ਕਰਨ, ਕੋਈ ਰਣਨੀਤੀ ਉਲੀਕ ਕੇ ਕਰਨ, ਤਾਂ ਹੀ ਉਹਦਾ ਇਹ ਸਾਰੇ ਤਰੀਕੇ ਨਾਲ ਫੈਲ ਸਕਦਾ ਤੇ ਉਹਦਾ ਅਸਰ ਜ਼ਿਆਦਾ ਹੋ ਸਕਦਾ। ਇਹੋ ਜਿਹੇ ਗੱਲਾਂ ਕਰਕੇ ਆਪਾਂ ਸਰਕਾਰ ਨੂੰ ਮੌਕਾ ਦਿੰਨੇ ਆ ਫੁੱਟ ਪਾਉਣ ਦਾ ਔਰ ਵੰਡ ਪਾਉਣ ਦਾ। ਤੇ ਇਸ ਵੇਲੇ ਖੇਤੀ ਮੰਤਰੀ ਤੋਂ ਇਲਾਵਾ ਹੋਰ ਵੀ ਕਈ ਮੰਤਰੀ ਬਹੁਤ ਕੁਝ ਬੋਲਦੇ ਨੇ, ਤੇ ਕਿਸੇ ਮੰਤਰੀ ਨੇ ਸ਼ਾਇਦ ਕਿਸੇ ਸਕੱਤਰ ਨੇ ਆਖਿਆ ਕਿ ਪੈਟਰੋਲੀਅਮ ਨੂੰ ਵੀ ਹੁਣ ਨਾ GST ਦੇ ਘੇਰੇ 'ਚ ਲਿਆਓ। ਤੇ ਕੀ ਇਹ GST ਦੇ ਘੇਰੇ 'ਚ ਆਉਣ ਤੋਂ ਬਾਅਦ ਸਸਤਾ ਮਿਲੇਗਾ? ਇਹ ਤਾਂ ਬਾਅਦ ਦੀ ਗੱਲ ਹੈ ਵੀ ਸਸਤਾ ਮਿਲਦਾ ਕਿ ਨਹੀਂ ਮਿਲਦਾ, ਪਰ ਜਦੋਂ GST ਦੇ ਘੇਰੇ 'ਚ ਆ ਜਾਊਗਾ ਤਾਂ ਫਿਰ ਉਹ ਇੱਕ ਨਿਸ਼ਚਿਤ ਟੈਕਸ ਤਾਂ ਹੋ ਜਾਊਗਾ ਨਾ, ਕਿਉਂਕਿ GST ਪੂਰੇ ਦੇਸ਼ 'ਚ ਲਾਗੂ ਆ ਤੇ ਉੱਥੇ ਇੱਕ ਟੈਕਸ ਲੱਗਦਾ, ਉਹਦੇ ਤੋਂ ਗਾਹਾਂ ਵੰਡ ਕੇ ਸਟੇਟਾਂ ਨੂੰ ਜਾਂਦਾ, ਹਿੱਸਾ ਉਹਨਾਂ ਦਾ ਸਟੇਟਾਂ ਨੂੰ ਦਿੱਤਾ ਜਾਂਦਾ। ਜਦੋਂ ਇੱਕ ਟੈਕਸ ਲੱਗੂਗਾ, ਹੋ ਸਕਦਾ ਫਿਰ ਉਦੋਂ ਕੀਮਤ ਦੀ ਸਥਿਰਤਾ ਆ ਜਾਵੇ ਜਾਂ ਘਟ ਜਾਵੇ, ਤਾਂ ਕਿ ਸਿਰਫ ਕੇਂਦਰ ਦਾ ਟੈਕਸ ਰਹਿ ਜਾਊਗਾ। ਜਿਹੜੇ ਸਟੇਟ ਲਾਉਂਦੇ ਆਪਣੇ, ਕੋਈ ਵੈਟ ਲਾਉਂਦਾ, ਕੋਈ ਸੈਸ ਲਾਉਂਦਾ, ਕੋਈ ਟੈਕਸ ਲਾਉਂਦਾ, ਉਹ ਘਟ ਸਕਦਾ। ਉਹਦੇ ਨਾਲ ਰਾਹਤ ਆਮ ਆਦਮੀ ਨੂੰ ਮਿਲ ਸਕਦੀ ਆ। ਇਹਦੀ ਆਵਾਜ਼ ਤਾਂ ਬਹੁਤ ਦੇਰ ਤੋਂ ਉੱਠ ਰਹੀ ਆ। ਜਦੋਂ ਇਹਨਾਂ ਨੇ ਸਰਕਾਰ ਬਣੀ ਸੀਗੀ, ਮੋਦੀ ਸਰਕਾਰ, ਜਦੋਂ ਇਹਨਾਂ ਨੇ ਡੀਜ਼ਲ ਨੂੰ ਵੀ ਡੀਕੰਟਰੋਲ ਕਰਤਾ ਸੀਗਾ, ਉਸ ਤੋਂ ਬਾਅਦ ਦੀ ਆਵਾਜ਼ ਉੱਠ ਰਹੀ ਸੀਗੀ ਵੀ ਬਾਕੀ ਚੀਜ਼ਾਂ ਤੇ ਤੁਸੀਂ GST ਕਰਤੀਆਂ ਪੂਰੇ ਦੇਸ਼ 'ਚ, ਤੇ ਪੈਟਰੋਲੀਅਮ ਪਦਾਰਥਾਂ ਨੂੰ GST ਲਿਆਉਣ ਵਿੱਚ ਕੀ ਦਿੱਕਤ ਆ। ਦੇਖੋ ਸੁਬਰਾਮਨੀਅਮ ਆ ਜਿਹੜੇ ਮੁੱਖ ਆਰਥਿਕ ਸਲਾਹਕਾਰ ਆ ਦੇਸ਼ ਦੇ, ਉਹਨਾਂ ਦੀ ਆਪਣੀ ਰਾਈ ਆ। ਫਿੱਕੀ ਦੇ ਪ੍ਰੋਗਰਾਮ 'ਚ ਉਹਨਾਂ ਨੇ ਕਿਹਾ ਵੀ ਮੈਂ ਇਹ ਸਮਝਦਾ ਵੀ ਇਹਨੂੰ GST ਦੇ ਦਾਇਰੇ 'ਚ ਲਿਆਂਦਾ ਜਾਊਗਾ ਤਾਂ ਇੱਕ ਚੰਗਾ ਕਦਮ ਹੋਊਗਾ। ਇਸ ਤੋਂ ਪਹਿਲਾਂ ਵਿੱਤ ਮੰਤਰੀ ਸੀਤਾਰਮਨ ਨੇ ਵੀ ਕਿਹਾ ਸੀਗਾ। ਅਮਲੀ ਰੂਪ 'ਚ ਲਿਆਉਂਦੇ ਆ ਕਿ ਨਹੀਂ ਲਿਆਉਂਦੇ ਸਰਕਾਰ, ਕੰਪਨੀਆਂ ਨੂੰ ਇਹਦੇ ਨਾਲ ਉਹਨੂੰ ਕਿੱਦਾਂ ਮਨਾਉਣਗੇ? ਕਿਉਂਕਿ ਕੰਪਨੀਆਂ ਨੂੰ ਜਦੋਂ ਇਹ ਟੈਕਸ ਇੱਕ ਰਹਿ ਗਿਆ ਤੇ ਉਹਨਾਂ ਦੇ ਆਪਣੇ ਟੈਕਸ ਘਟ ਜਾਣੇ ਆ, ਉਹਨਾਂ ਨੂੰ ਘਾਟਾ ਪੈਣ ਲੱਗ ਪੈਣਾ। ਤੇ ਜੇ ਘਾਟਾ ਪੈ ਗਿਆ ਤਾਂ ਸਰਕਾਰ ਇਹ ਬਰਦਾਸ਼ਤ ਕਰਦੀ ਕਿ ਨਹੀਂ ਕਰਦੀ, ਇਹ ਤਾਂ ਸਮਾਂ ਦੱਸੂਗਾ। GST ਲਿਆਉਣ ਦੇ ਵਿੱਚ, GST ਨੂੰ ਇਹਨੂੰ ਦਾਇਰੇ 'ਚ ਲਿਆਉਣ ਨਾਲ ਆਮ ਲੋਕਾਂ ਨੂੰ ਜ਼ਰੂਰ ਰਾਹਤ ਮਿਲੇਗੀ। ਤੇ ਅਵਤਾਰ ਜੀ, ਅਗਲੇ ਮੁੱਦੇ ਤੇ ਪਰਤਦੇ ਹਾਂ, ਪਰ ਲੈਣੇ ਆ ਇਸ ਵੇਲੇ ਬ੍ਰੇਕ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਅਵਤਾਰ ਜੀ, ਆਪਾਂ ਤੇਲ ਦੀ ਗੱਲ ਕਰ ਰਹੇ ਸੀ ਤੇ ਤੇਲ ਮੰਤਰੀ ਨੇ ਵੀ ਪਿਛਲੇ ਦਿਨੀ ਕੁਝ ਖਾਸ ਆਖਿਆ ਸੀ, ਉਹਨਾਂ ਨੇ ਭਲਾ ਕੀ ਕਿਹਾ? ਦੇਖੋ, ਕਈ ਵਾਰੀ ਮੰਤਰੀ ਜਿਹੜੇ ਨਾ ਬੜੇ ਹਾਸੋਹੀਣੀ ਗੱਲ ਕਰ ਜਾਂਦੇ ਆ। ਉਹਨਾਂ ਤੋਂ ਇੱਕ ਸਵਾਲ ਪੁੱਛਿਆ ਗਿਆ ਵੀ ਤੇਲ ਦੀਆਂ ਕੀਮਤਾਂ ਇੰਨੀਆਂ ਵੱਧ ਰਹੀਆਂ, ਕੱਚਾ ਤੇਲ ਇੰਨਾ ਸਸਤਾ ਚੱਲ ਰਿਹਾ, ਇਸ ਦੇ ਬਾਵਜੂਦ ਤੁਸੀਂ ਇੰਨੀ ਲੁੱਟ ਮਚਾਈ ਆ, ਲੋਕਾਂ ਦਾ ਬੁਰਾ ਹਾਲ ਕਰਤਾ, ਵੀ ਇਹਦਾ ਕਾਰਨ ਕੀ ਆ? ਉਹ ਬੜਾ ਉਹਨੇ ਨਾ ਇੱਕ ਮਜ਼ਾਕ ਬਹੁਤ ਉਡਿਆ ਉਹਦਾ। ਕਹਿੰਦਾ ਦੇਖੋ ਜੀ, ਹੁਣ ਸਿਆਲ ਖਤਮ ਹੋ ਰਿਹਾ, ਹੌਲੀ ਹੌਲੀ ਗਰਮੀਆਂ ਆ ਰਹੀਆਂ, ਤੇ ਗਰਮੀਆਂ ਦੇ ਵਿੱਚ ਤੇਲ ਆਪੇ ਘਟ ਜਾਊਗਾ। ਇਹਨੂੰ ਪੁੱਛੇ ਵੀ ਗਰਮੀਆਂ ਔਰ ਸਰਦੀਆਂ ਦਾ ਤੇਲ ਦੀਆਂ ਕੀਮਤਾਂ ਨਾਲ ਕੀ ਮਤਲਬ ਆ? ਤੇਲ ਸਰਦੀਆਂ 'ਚ ਵੀ ਉਨਾ ਹੀ ਵਰਤਿਆ ਜਾਂਦਾ, ਪੈਟਰੋਲ ਡੀਜ਼ਲ, ਤੇ ਗਰਮੀਆਂ 'ਚ ਵੀ ਉਨਾ ਹੀ ਵਰਤਿਆ ਜਾਣਾ। ਉਹਦਾ ਕਹਿਣ ਦਾ ਸੀਗਾ ਵੀ ਹੁਣ ਜਿਹੜੀ ਇਹ ਖਪਤ ਜ਼ਿਆਦੇ ਆ, ਗਰਮੀਆਂ 'ਚ ਘਟ ਜਾਊਗੀ, ਤੇ ਗਰਮੀਆਂ 'ਚ ਕੀ ਗੱਲ ਗੱਡੀਆਂ ਚੱਲਣੋਂ ਹਟ ਜਾਣਗੀਆਂ, ਜਾਂ ਲੋਕਾਂ ਨੇ ਕਾਰਾਂ ਘਰਾਂ 'ਚ ਬੰਦ ਕਰਕੇ ਰੱਖ ਦੇਣੇ ਵੀ ਗਰਮੀ ਆ ਵੀ ਹੁਣ ਨਹੀਂ ਚਲਾਈਏ ਅਸੀਂ। ਸੋ ਇਹੋ ਜਿਹੇ ਤਰਕਹੀਣ ਔਰ ਹਾਸੋਹੀਣੀ ਜਿਹੜੇ ਬਿਆਨ ਦੇਣ ਨਾਲੋਂ ਜੇ ਮੈਦਾਨੀ ਪੱਧਰ ਤੇ ਕੁਝ ਕਰਨ ਤਾਂ ਹੀ ਲੋਕਾਂ ਨੂੰ ਕੋਈ ਰਾਹਤ ਮਿਲੂਗੀ। ਨਹੀਂ ਤਾਂ ਕਈ ਵਾਰੀ ਸੀਤਾਰਮਨ ਵਰਗੀ ਵੀ ਕਹਿ ਗਈ ਸੀ ਵੀ ਦੇਖੋ ਜੀ, ਇਹ ਬਹੁਤ ਹੀ ਗੰਭੀਰ ਤਾਂ ਹੈ ਮੁੱਦਾ ਆ, ਇਹਦਾ ਹੱਲ ਹੋਣਾ ਚਾਹੀਦਾ। ਕਰੇ ਕੌਣ? ਉਹ ਤਾਂ ਲੋਕਾਂ ਨੇ ਥੋੜੀ ਕਰਨਾ ਪਿਆ, ਅਸੀਂ ਕਰਦੇ ਆ। ਤੁਹਾਡੇ ਕੰਪਨੀਆਂ ਤੁਸੀਂ ਡੀਕੰਟਰੋਲ ਕੀਤਾ ਹੋਇਆ, ਫਿਰ ਕਹਿੰਦੇ ਸਾਡੇ ਹੱਥ 'ਚ ਕੁਝ ਨਹੀਂ। ਕੱਲ ਨੂੰ ਜਦੋਂ ਖੇਤੀ ਕਾਨੂੰਨ ਲਾਗੂ ਹੋ ਗਏ, ਫਿਰ ਕਹਿਣਗੇ ਇਹ ਤਾਂ ਕਾਰਪੋਰੇਟ ਵਾਲੇ ਲੈ ਲੈ, ਸਾਡੇ ਹੱਥ 'ਚ ਕੁਝ ਨਹੀਂ। ਜੇ ਤੁਹਾਡੇ ਹੱਥ 'ਚ ਕੁਝ ਨਹੀਂ ਤੇ ਕਾਨੂੰਨ ਬਣਾਉਂਦੇ ਕਿਉਂ ਆ? ਗੱਲ ਉੱਥੇ ਆਉਂਦੀ ਹੈ, ਸਰਕਾਰ ਗੰਭੀਰਤਾ ਨਾਲ ਲੈ ਕੇ ਤੇਲ ਦੀ ਕੋਈ ਏਡੀ ਗੱਲ ਨਹੀਂ ਹੈਗੀ। ਜੇ ਇਹਨੂੰ ਕਾਬੂ 'ਚ ਕਰ ਸਕਦੀ, ਕੰਪਨੀਆਂ ਨੂੰ ਦਬਕਾ ਵੀ ਮਾਰ ਸਕਦੀ ਆ, ਕੰਪਨੀਆਂ ਨੂੰ ਇਸ ਤੇ ਇੱਕ ਲਿਮਿਟ ਰੱਖ ਸਕਦੀ ਆ ਵੀ ਇਹ ਤੋਂ ਅੱਗੇ ਤੇਲ ਜੇ ਵਧਾਇਆ ਤਾਂ ਫਿਰ ਦੇਖ ਲਿਓ। ਪਰ ਨਹੀਂ, ਉਹਨਾਂ ਨੇ ਇਹੋ ਜਿਹਾ ਕਰਨਾ ਕੁਝ ਨਹੀਂ, ਸਿਰਫ ਇਹੋ ਜਿਹੇ ਹਾਸੋਹੀਣੇ ਬਿਆਨ ਦੇਣ ਵਾਲੇ ਹੀ ਆ ਜੇ। ਤੇ ਇਸ ਵੇਲੇ ਕੁਝ ਕਾਂਗਰਸ ਦੇ ਆਗੂ ਬੜੇ ਗੰਭੀਰ ਨੇ, ਨਾਰਾਜ਼ ਆਗੂ ਨੇ, ਉਹ ਭਲਾ ਕੀ ਵਿਚਾਰਾਂ ਕਰ ਰਹੇ ਨੇ? ਦੇਖੋ, ਇਸ ਵੇਲੇ ਜੇ ਕਾਂਗਰਸ ਤੇ ਇੱਕ ਬੜੀ ਵਧੀਆ ਢੁੱਕਦੀ ਆ ਗੱਲ ਪੇ, ਖਖੜੀਆਂ ਕਰੇਲੇ ਹੋ ਰਹੀ ਆ। ਖਖੜੀਆਂ ਕਰੇਲੇ? ਅੱਛਾ, ਮਤਲਬ ਬਿਖਰ ਚੁੱਕੀ ਆ, ਬਿਖਰਦੀ ਜਾ ਰਹੀ ਆ। ਇੱਕ ਸਮਾਂ ਸੀ ਜਦੋਂ ਕਾਂਗਰਸ ਬਹੁਤ ਵੱਡੀ ਪਾਰਟੀ ਮੰਨੀ ਜਾਂਦੀ ਸੀ, ਹੈ ਵੀ ਸੀਗੀ। 2014 ਤੋਂ ਲੈ ਕੇ ਹੁਣ ਤੱਕ ਦਾ ਜੇ ਆਪਾਂ ਦੇਖੀਏ ਤਾਂ ਕਾਂਗਰਸ ਦਾ ਉਹ ਹਾਲ ਹੋ ਚੁੱਕਾ ਵੀ ਉਹ
ਕਿਤੇ ਲੱਭਦੀ ਵੀ ਨਹੀਂ ਤੇ ਜੇ ਕੋਈ ਲੱਭਦੀ ਵੀ ਆ ਤਾਂ ਉਹਦੇ ਇਹੋ ਜਿਹੇ ਨਾਰਾਜ਼ ਆਗੂ ਉੱਠ ਖੜਦੇ ਆ ਜਿਹੜੇ ਆਪਦੀ ਪਾਰਟੀ ਦੇ ਪ੍ਰਧਾਨਗੀ ਤੇ ਪਾਰਟੀ ਦੇ ਕੰਮਕਾਜ ਦੇ ਉੱਤੇ ਹੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਕੱਢਣੇ ਸ਼ੁਰੂ ਕਰ ਦਿੰਦੇ ਆ ਜੀ। ਗੱਲ ਚੱਲੀ ਸੀਗੀ ਵੀ ਇਹ ਪਿਛਲੇ ਸਮੇਂ ਦੇ ਵਿੱਚ ਜਦੋਂ ਪ੍ਰਧਾਨ ਹੈ ਨਹੀਂ ਸੀਗਾ, ਜੇ ਬਣਾਇਆ ਵੀ ਸੀਗਾ ਥੋੜੇ ਚਿਰ ਲਈ, ਮੁੜ ਕੇ ਇਲੈਕਸ਼ਨਾਂ ਹੋਈਆਂ, ਸੂਬਿਆਂ 'ਚ ਹਾਰ ਹੋ ਗਈ, ਉਹਦੀ ਜ਼ਿੰਮੇਵਾਰੀ ਲੈ ਲਈ, ਅਸਤੀਫਾ ਦੇ ਦਿੱਤਾ, ਮੁੜ ਕੇ ਕਾਂਗਰਸ ਦਾ ਪ੍ਰਧਾਨ ਮਿਲਿਆ ਨਹੀਂ। ਹੁਣ ਵੀ ਗੱਲ ਚੱਲ ਰਹੀ ਆ ਵੀ ਜੂਨ ਤੱਕ ਮਿਲੂਗਾ ਤੇ ਜਦੋਂ ਤੱਕ ਹੋਰ 5 ਸੂਬਿਆਂ 'ਚ ਮੈਨੂੰ ਲੱਗਦਾ ਵੀ ਹਾਰ ਦਾ ਮੂੰਹ ਦੇਖਣਗੇ ਇਹ, ਉਦੋਂ ਤੱਕ ਫੇਰ ਨਵਾਂ ਕੰਮ ਹੋ ਜਾਊਗਾ ਵੀ ਨਹੀਂ ਜੀ ਸਾਨੂੰ ਪ੍ਰਧਾਨ ਚਾਹੀਦਾ ਨਹੀਂ। ਕਾਂਗਰਸ ਦੀ ਮਜਬੂਰੀ ਆ ਵੀ ਗਾਂਧੀ ਪਰਿਵਾਰ ਤੋਂ ਬਾਹਰ ਨਹੀਂ ਨਿਕਲਿਆ ਅਜੇ ਤੱਕ, ਇਹੀ ਇਹਨਾਂ ਦੇ ਪਤਨ ਦਾ ਕਾਰਨ ਬਣ ਰਿਹਾ। ਤੇ ਜੇ ਕਿਸੇ ਨੇ ਨਿਕਲਣ ਦੀ ਕੋਸ਼ਿਸ਼ ਵੀ ਕੀਤੀ ਤੇ ਦੂਜਾ ਬੰਦਾ ਆ ਕੇ ਕਹਿੰਦਾ ਨਹੀਂ ਯਾਰ ਗਾਂਧੀ ਪਰਿਵਾਰ ਹੀ ਚਾਹੀਦਾ ਸਾਨੂੰ, ਆਪ ਬੰਦਾ ਨਹੀਂ ਚਲਾ ਸਕਦਾ ਕਾਂਗਰਸ ਨੂੰ। ਚਲਾਉਂਦੇ ਵੀ ਇਦਾਂ ਰਹੇ ਆ, ਸ਼ੁਰੂ ਤੋਂ ਦੇਖੀਏ ਤਾਂ ਨਹਿਰੂ ਗਾਂਧੀ ਹੀ ਪਰਿਵਾਰ ਚੱਲਦਾ ਰਿਹਾ, ਚਲਾਇਆ ਵੀ ਵਧੀਆ ਤਰੀਕੇ ਨਾਲ, ਉਹਨਾਂ ਦੀ ਧਾਕ ਵੀ ਸੀਗੀ। ਪਰ ਹੁਣ ਉਹ ਇਹੋ ਜਿਹੀ ਕਮਜ਼ੋਰ ਹੋਈ ਆ ਵੀ ਇਹਦੇ ਆਪਣੇ ਸੀਨੀਅਰ ਆਗੂ ਜਿਹੜੇ ਆ ਉਹ ਘੁੱਟਣ ਵੀ ਮਹਿਸੂਸ ਕਰ ਰਹੇ ਆ ਔਰ ਪ੍ਰਧਾਨਗੀ ਵੀ ਉਹਨਾਂ ਨੂੰ ਲੱਗਦੀ ਹੈ ਵੀ ਹੁਣ ਇਹ ਵਧੀਆ ਤਰੀਕੇ ਨਾਲ ਕਿਸੇ ਹੋਰ ਹੱਥਾਂ 'ਚ ਆ ਜਾਵੇ ਤਾਂ ਚੰਗੀ ਗੱਲ ਆ। ਦੇਖੋ ਜਿਹੜੇ ਪ੍ਰਧਾਨਗੀ ਦੇ ਲਾਇਕ ਸੀਗੇ ਉਹ ਕਾਂਗਰਸ ਨੇ ਆਪਣੇ ਆਪ ਹੀ ਬਾਹਰ ਕਰਤੇ ਸੀਗੇ। ਮੈਂ ਜ਼ਿਕਰ ਕਰ ਰਿਹਾ ਪ੍ਰਣਬ ਮੁਖਰਜੀ ਦਾ, ਬਹੁਤ ਹੀ ਸਿਆਣੇ ਔਰ ਸੁਲਝੇ ਹੋਏ ਆਗੂ ਸੀਗੇ। ਉਹ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਦੀ ਵਾਗਡੋਰ ਵਧੀਆ ਤਰੀਕੇ ਨਾਲ ਸੰਭਾਲਣ ਵਾਲੇ ਸੀਗੇ ਔਰ ਬੜੀ ਲੰਬੀ ਸੂਝ ਰੱਖਦੇ ਸੀਗੇ, ਸੋਚ ਵੀ ਬਹੁਤ ਲੰਬੀ ਸੀ ਉਹਨਾਂ ਦੀ। ਉਹਨਾਂ ਨੇ ਰਾਸ਼ਟਰਪਤੀ ਬਣਾ ਕੇ ਸਿਆਸਤ ਤੋਂ ਅਲੱਗ ਕਰ ਦਿੱਤਾ ਔਰ ਉਹ ਆਪਣੀ ਕਿਤਾਬ ਦੇ ਵਿੱਚ ਵੀ ਜ਼ਿਕਰ ਕਰ ਗਏ ਸੀਗੇ, ਕਾਫੀ ਕੁਝ ਉਹ ਪੋਤੜੇ ਫਰੋਲ ਕੇ ਗਏ ਆ। ਹੁਣ ਗੱਲ ਚੱਲੀ ਆ ਇਹਨਾਂ ਨੇ ਗੁਲਾਮ ਨਬੀ ਆਜ਼ਾਦ, ਕਪਲ ਸਿੱਬਲ, ਆਨੰਦ ਸ਼ਰਮਾ, ਰਾਜ ਬੱਬਰ, ਮਨੀਸ਼ ਤਿਵਾੜੀ ਪੰਜਾਬ ਦੇ ਲੈ ਲਓ, ਭੁਪਿੰਦਰ ਹੁੱਡਾ, ਇਹਨਾਂ ਸਾਰਿਆਂ ਨੇ ਜੰਮੂ ਦੇ ਵਿੱਚ ਇੱਕ ਸ਼ਾਂਤੀ ਸੰਮੇਲਨ ਕੀਤਾ ਜਿਹਦੇ ਵਿੱਚ ਇਹ ਨਾਰਾਜ਼ਗੀ ਪ੍ਰਗਟਾਈ ਆ ਵੀ ਕਾਂਗਰਸ ਕਮਜ਼ੋਰ ਹੁੰਦੀ ਜਾ ਰਹੀ ਆ। ਕਿਆਸ ਤਾਂ ਲੱਗਣ ਲੱਗ ਪਏ ਸੀਗੇ ਉਦੋਂ ਹੀ ਜਦੋਂ ਗੁਲਾਮ ਨਬੀ ਆਜ਼ਾਦ ਸਾਹਿਬ ਸੇਵਾ ਮੁਕਤ ਹੋਏ ਰਾਜ ਸਭਾ 'ਚ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਹੰਝੂਆਂ ਭਰੀ ਵਿਦਾਇਗੀ ਦਿੱਤੀ ਸੀ ਔਰ ਉਦੋਂ ਲੱਗਣ ਲੱਗ ਪਏ ਸੀ ਵੀ ਜਿਹੜੇ ਹੰਝੂ ਆ ਟਕੈਤ ਵਾਂਗੂ ਕੰਮ ਨਾ ਕਰ ਜਾਣ ਕਿਤੇ, ਵੀ ਜਿਵੇਂ ਟਕੈਤ ਦੇ ਹੰਝੂਆਂ ਨੇ ਕਿਸਾਨ ਅੰਦੋਲਨ ਨੂੰ ਨਵੀਂ ਰੂਹ ਫੂਕ ਦਿੱਤੀ ਸੀ, ਹੋ ਸਕਦਾ ਆਜ਼ਾਦ ਨੂੰ ਦੁਬਾਰਾ ਸੰਸਦ 'ਚ ਫੇਰ ਲੈ ਆਉਣ ਕਿਉਂਕਿ ਕਾਂਗਰਸ ਨੇ ਉਹਨਾਂ ਨੂੰ ਨਹੀਂ ਲਿਆਂਦਾ। ਤੇ ਰੌਲਾ ਇਹ ਪੈ ਰਿਹਾ ਸੀਗਾ ਇਹੋ ਜਿਹੇ ਸੀਨੀਅਰ ਔਰ ਸਿਆਣੇ ਬੰਦੇ ਨੂੰ ਕਾਂਗਰਸ ਛੱਡ ਕੇ ਤੇ ਜਿਹੜਾ ਇਹਨਾਂ ਦੇ ਦਾਮਾਦ ਆ ਰੋਬਰਟ ਵਾਡਰਾ, ਉਹਨਾਂ ਦਾ ਕੇਸ ਲੜਨ ਵਾਲੇ ਇੱਕ ਵਕੀਲ ਨੂੰ ਰਾਜ ਸਭਾ ਮੈਂਬਰ ਬਣਾਤਾ, ਤਾਂ ਫਿਰ ਸਵਾਲ ਤਾਂ ਉੱਠਣਾ ਹੀ ਆ। ਤੁਸੀਂ ਉਸ ਤਜਰਬੇ ਦਾ ਫਾਇਦਾ ਨਹੀਂ ਲੈ ਰਹੇ ਜਿਹੜਾ ਕਿ ਇੰਨੇ ਸਮੇਂ ਤੋਂ ਉਹ ਚੱਲ ਰਿਹਾ ਸੀਗਾ। ਮੁੱਖ ਮੰਤਰੀ ਵੀ ਰਿਹਾ ਜੰਮੂ ਕਸ਼ਮੀਰ ਦਾ, ਤੁਹਾਡੇ ਸੰਗਠਨ ਦੇ ਵਿੱਚ ਵੀ ਰਿਹਾ, ਕਈਆਂ ਸਟੇਟਾਂ ਦਾ ਆਬਜ਼ਰਵਰ ਵੀ ਆ, ਕਈਆਂ ਸਟੇਟਾਂ ਦਾ ਉਹ ਇੰਚਾਰਜ ਵੀ ਆ। ਤੁਸੀਂ ਉਹਨੂੰ ਇੱਕਦਮ ਛੱਡ ਦਿੰਦੇ ਆ ਤੇ ਕੁਦਰਤੀ ਆ ਵੀ ਭਾਜਪਾ ਤਾਂ ਡੋਰੇ ਪਾਊਗੀ। ਹੁਣ ਡੋਰੇ ਪਾਉਣ ਦਾ ਨਤੀਜਾ ਆ ਤੇ ਉਹਨਾਂ ਨੇ ਸਿੱਧਾ ਹੀ ਜੰਮੂ ਜਾ ਕੇ ਛਾਲ ਮਾਰੀ ਤੇ ਉੱਥੇ ਜਾ ਕੇ ਉਹਨਾਂ ਨੇ ਉਹ ਸ਼ਾਂਤੀ ਸੰਮੇਲਨ ਕਰਕੇ ਇਹ ਸੰਦੇਸ਼ ਦਿੱਤਾ ਵੀ ਰਾਹੁਲ ਨੂੰ ਸਿੱਧੀ ਚੁਣੌਤੀ ਆ ਬਗਾਵਤ ਵਾਲੀ ਰਾਹੁਲ ਨੂੰ, ਬਈ ਅਸੀਂ ਤੇਰੀ ਪ੍ਰਧਾਨਗੀ ਦੇ ਵਿੱਚ ਕੰਮ ਇਸ ਤਰੀਕੇ ਨਾਲ ਨਹੀਂ ਹੋਣਾ, ਕਾਂਗਰਸ ਦਾ ਕੁਝ ਨਹੀਂ ਬਣਨਾ ਤੇਰੀ ਪ੍ਰਧਾਨਗੀ 'ਚ, ਇਹਨੂੰ ਨਵਾਂ ਪ੍ਰਧਾਨ ਚਾਹੀਦਾ, ਕਾਰਗੁਜ਼ਾਰੀ ਨਵੀਂ ਚਾਹੀਦੀ ਆ ਤਾਂ ਹੀ ਉੱਠਣਗੇ। ਹੁਣ ਦੇਖੋ ਜੇ ਇਸ ਬੰਦੇ ਇਹਦੇ ਵਿੱਚ ਦੂਜਾ ਪੱਖ ਵੀ ਆਪਾਂ ਲੈਂਦੇ ਆ, ਜਿਸ ਬੰਦੇ ਨੇ ਸਾਰੀ ਉਮਰ ਕਾਂਗਰਸ ਦਾ ਰਹਿ ਕੇ ਕਾਂਗਰਸ ਦੀ ਸੱਤਾ ਮਾਣ ਕੇ ਕਾਂਗਰਸ ਦੇ ਸਾਰੇ ਹੀ ਲਾਭ ਲੈ ਕੇ ਇੱਥੇ ਤੱਕ ਪਹੁੰਚਿਆ ਹੋਵੇ, ਉਹ ਹੁਣ ਇੱਕਦਮ ਇੱਕ ਹੰਝੂ ਡਿੱਗਣ ਦੇ ਨਾਲ ਉਹਦੇ ਉਲਟ ਬੋਲਣ ਲੱਗ ਪਏ ਤਾਂ ਉਹਦੇ ਤੇ ਵੀ ਸਵਾਲ ਉੱਠਦੇ ਆ ਵੀ ਭਾਈ ਪਹਿਲਾਂ ਕਿੱਥੇ ਗਿਆ ਸੀਗਾ। 7 ਸਾਲ ਦੇ ਵਿੱਚ ਜੇ ਤੂੰ ਰਾਜ ਸਭਾ ਦੇ ਮੈਂਬਰ ਹੁੰਦੇ ਆ, ਇੱਕ ਚਿੱਠੀ ਲਿਖਤੀ ਸੀ ਸੋਨੀਆ ਗਾਂਧੀ ਨੂੰ ਵੀ ਇਹ ਜਿਹੜੇ ਸਵਾਲ ਪ੍ਰਧਾਨਗੀ ਹੋਰ ਹੋਣੀ ਚਾਹੀਦੀ ਆ, ਕਾਰਗੁਜ਼ਾਰੀ ਸਹੀ ਨਹੀਂ ਹੈਗੀ, ਆਪਾਂ ਬਿਖਰ ਜਾਵਾਂਗੇ, ਟੁੱਟ ਜਾਊਗੀ ਕਾਂਗਰਸ, ਇਹ ਹੋ ਜਾਊਗੀ। ਉਸ ਤੋਂ ਬਾਅਦ G23 ਦਾ ਨਾਂ ਦੇ ਦਿੱਤਾ ਜਾਂਦਾ ਆ। ਹੁਣ ਤੁਸੀਂ ਉਸੇ G23 ਨੂੰ ਲੈ ਕੇ ਕਾਂਗਰਸ ਨੂੰ ਅੱਖਾਂ ਦਿਖਾਲ ਰਹੇ ਆ ਤੇ ਕਾਂਗਰਸ ਵੀ ਉਹਦੇ ਪ੍ਰਤੀ ਹਜੇ ਗੰਭੀਰ ਲੱਗਦੀ ਨਹੀਂ ਵੀ ਮਨ ਮਨੌਤੀ ਕਰ ਲਈਏ, ਇਹਨਾਂ ਨੂੰ ਮਨਾ ਹੀ ਲਈਏ, ਉਧਰਲਾ ਤੁਰਨ ਵਾਲਾ ਗੱਲ ਨਹੀਂ ਚੱਲਦੀ ਆ। ਪਰ ਉਹਨਾਂ ਨੇ ਇੱਕ ਬੰਦਾ ਆਪ ਦਾ ਜਿਹੜਾ ਅਭਿਸ਼ੇਕ ਮਨੂ ਸਿੰਘ ਵੀ ਆ ਉਹਨੂੰ ਲਾਤਾ ਵੀ ਇਹਦੇ ਬਾਰੇ ਤੂੰ ਹੀ ਬਿਆਨ ਦੇ, ਅਸੀਂ ਤਾਂ ਕੁਝ ਨਹੀਂ ਬੋਲਣਾ। ਹਜੇ ਤੱਕ ਰਾਹੁਲ ਗਾਂਧੀ ਨੇ ਕੁਝ ਨਹੀਂ ਕਿਹਾ, ਹਲੇ ਤੱਕ ਸੋਨੀਆ ਗਾਂਧੀ ਨੇ ਕੁਝ ਨਹੀਂ ਕਿਹਾ ਤੇ ਇਹਨਾਂ ਨੇ ਕਾਂਗਰਸ ਪਾਰਟੀ ਚਲਾਉਣੀ ਕਿਵੇਂ ਆਇਆ ਤਾਂ ਰੱਬ ਹੀ ਜਾਣਦਾ ਜੀ। ਵੈਸੇ ਆਜ਼ਾਦ ਨੇ ਬਹੁਤ ਕੁਝ ਕਹਿ ਦਿੱਤਾ, ਪ੍ਰਧਾਨ ਮੰਤਰੀ ਦੀ ਬੜੀ ਤਾਰੀਫ ਕਰਦੇ ਸੁਣੇ। ਬਿਲਕੁਲ, ਉਹ ਹੰਝੂਆਂ ਦਾ ਨਤੀਜਾ ਆ ਨਾ। ਫਿਰ ਹੌਲੀ ਹੌਲੀ ਗੱਡੀ ਘੁੰਮਦੀ ਫਿਰ ਲੀਹ ਤੇ ਪੈਂਦੀ ਹੁੰਦੀ। ਹੁਣ ਉਹਨਾਂ ਨੇ ਉਧਰ ਸੰਮੇਲਨ ਕਰਕੇ ਰਾਹੁਲ ਗਾਂਧੀ ਨੂੰ ਚੁਣੌਤੀ ਦੇਤੀ, ਕਾਂਗਰਸ ਨੂੰ ਕਹਿਤਾ ਭਾਈ ਇਹ ਤੁਹਾਡੇ ਵੱਸ ਦੀ ਗੱਲ ਨਹੀਂ, ਹੁਣ ਜੇ ਤੁਸੀਂ ਸੱਤਾ 'ਚ ਮੁੜ ਕੇ ਆਉਣ ਵਾਲੇ ਹੋਣਾ ਤਾਂ ਮਜ਼ਬੂਤੀ ਚਾਹੀਦੀ ਆ। ਉਹ ਸਾਰੇ ਆਪਣੇ ਆਗੂ ਦਿਖਾਲ ਦਿੱਤੇ ਪਏ ਅਸੀਂ ਇੰਨੇ ਆਗੂ ਆ। ਇਹ ਤੋਂ ਬਾਅਦ ਉਹਨਾਂ ਨੇ ਇੱਕ ਸੰਮੇਲਨ ਕੁਰਕਸ਼ੇਤਰ ਵੀ ਕਰਨਾ, ਫਿਰ ਨਾਲ ਦੀ ਨਾਲ ਉਹਨਾਂ ਨੇ ਹੋਰ ਸਟੇਟਾਂ ਦੇ ਜਾ ਕੇ ਵੀ ਇਹੋ ਜਿਹਾ ਸੰਮੇਲਨ ਕਰਨਾ। ਉਹ ਵੀ ਮਹਾਪੰਚਾਇਤਾਂ ਵਾਲੀ ਰਣਨੀਤੀ ਤੇ ਉਤਰ ਆਏ ਨਾ ਵੀ ਜੇ ਕਿਸਾਨ ਮਹਾਪੰਚਾਇਤ ਕਰ ਰਹੇ ਤਾਂ ਅਸੀਂ ਵੀ ਆਪਣੀ ਨਾਰਾਜ਼ਗੀ ਜਿਹੜੀ ਇਹੋ ਜਿਹਾ ਸੰਮੇਲਨ ਕਰਕੇ ਦਿਖਾ ਲਈਏ। ਗੁਲਾਮ ਨਬੀ ਆਜ਼ਾਦ ਨੇ ਜਦੋਂ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ ਸੀ ਤਾਂ ਉਦੋਂ ਵੀ ਉਹਨਾਂ ਦਾ ਧੰਨਵਾਦ ਕੀਤਾ ਸੀਗਾ ਤੇ ਹੁਣ ਤਾਂ ਉਹ ਖੁੱਲ੍ਹ ਕੇ ਬੋਲਣ ਲੱਗ ਪਏ ਨਾ ਵੀ ਦੇਖੋ ਪ੍ਰਧਾਨ ਮੰਤਰੀ ਮੋਦੀ ਵਰਗਾ ਹੋਰ ਨੇਤਾ ਕੋਈ ਨਹੀਂ। ਆਖਿਰ ਕਿਉਂ? ਕਿਉਂਕਿ ਇਹ
ਸਚਾਈ ਲੁਕਾਉਂਦਾ ਨਹੀਂ। ਤੇ ਜੇ ਚਾਹ ਵੇਚਦਾ ਸੀ ਇਹਨੇ ਦੱਸ ਦਿੱਤਾ ਮੈਂ ਚਾਹ ਵੇਚਦਾ ਆ। ਮਤਲਬ ਇਹੋ ਜਿਹਾ ਆਗੂ ਚਾਹੀਦਾ ਜਿਹੜਾ ਸਚਾਈ ਨਾ ਲੁਕੋਏ। ਤੇ ਇਹਦਾ ਮਤਲਬ ਇਹ ਆ ਵੀ ਤੁਸੀਂ ਆਪ ਵੀ ਆਗੂ ਰਹੇ ਸੀਗੇ, ਤੁਹਾਡੇ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਉਸ ਤੋਂ ਪਹਿਲਾਂ ਜਿੰਨੇ ਆਗੂ ਰਹੇ ਆ ਉਹ ਸਚਾਈ ਲੁਕਾਉਂਦੇ ਰਹੇ ਆ। ਤੇ ਜੇ ਗੁਲਾਮ ਨਬੀ ਆਜ਼ਾਦ ਚੰਗਾ ਹੁੰਦਾ ਉਹਨਾਂ ਬਾਰੇ ਵੀ ਦੱਸ ਦਿੰਦੇ ਭਾਈ ਉਹਨਾਂ ਨੇ ਕਿਹੜੀ ਸਚਾਈ ਲੁਕੋਈ ਸੀਗੀ, ਤੇ ਜੇ ਦੱਸੀ ਸੀਗੀ ਤਾਂ ਕਿਹੜੀ ਦੱਸੀ ਸੀਗੀ। ਤੁਹਾਨੂੰ ਪ੍ਰਧਾਨ ਮੰਤਰੀ ਦੇ ਕਸੀਦੇ ਪੜ੍ਹ ਰਹੇ ਆ, ਇਸ ਤੋਂ ਸਾਫ਼ ਕੁਛ ਨਾ ਕੁਛ ਦਾਲ 'ਚ ਕਾਲਾ ਦਿਸਦਾ ਆ ਵੀ ਆਉਣ ਵਾਲੇ ਸਮੇਂ 'ਚ ਕੀ ਹੋਊਗਾ। ਫੇਰ ਵੀ ਕਹਿ ਰਹੇ ਅਸੀਂ ਪਾਰਟੀ ਦੀ ਜਿੰਦ ਜਾਨ ਆ, ਪਾਰਟੀ ਸਾਨੂੰ ਇੱਥੋਂ ਤੱਕ ਲਿਆਂਦਾ ਆ, ਅਸੀਂ ਪਾਰਟੀ ਨਹੀਂ ਛੱਡਦੇ। ਤੇ ਜਿਹੜੀਆਂ ਸਰਕਮਸਟੈਂਸ ਬਣ ਰਹੇ ਆ, ਹਾਲਾਤ ਉਹ ਬਣਾ ਰਹੇ ਆ, ਇਹੋ ਜਿਹੇ ਸੰਮੇਲਨ ਕਰਕੇ ਸਿੱਧੀ ਚੁਣੌਤੀ ਦੇ ਰਹੇ ਆ, ਉਹ ਭਲਾ ਕਿੱਧਰ ਨੂੰ ਜਾਂਦੀ ਗੱਲ। ਬਸ ਦਬਾਅ ਪਾਉਣ ਦੀ ਰਣਨੀਤੀ ਲੱਗੀ, ਇਹ ਦਬਾਅ ਵਾਲੀ ਰਣਨੀਤੀ ਆ। ਔਰ ਉਹਨਾਂ ਨੇ ਆਉਂਦੇ ਸਮੇਂ ਦੇ ਵਿੱਚ ਕਿਸ ਕਰਵਟ ਲਊਗੀ। ਕਾਂਗਰਸ ਜ਼ਰੂਰ ਇੱਕ ਖਖੜੀਆਂ ਕਰੇਲੇ ਮੈਂ ਸ਼ਬਦ ਵਰਤਿਆ ਸੀਗਾ ਵੀ ਇਹ ਬਿਖਰਦੀ ਜਾ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ। ਜਦੋਂ ਉਹ ਚਿੱਠੀ ਲਿਖੀ ਸੀ ਨਾ ਗੁਲਾਮ ਨਬੀ ਆਜ਼ਾਦ ਨੇ ਸੋਨੀਆ ਨੂੰ, ਉਦੋਂ ਵੀ ਕੁਝ ਰਾਜਾਂ 'ਚ ਚੋਣਾਂ ਹੋਣੀਆਂ ਸਨ। ਹੁਣ ਜਦੋਂ ਸੰਮੇਲਨ ਹੋ ਰਿਹਾ, ਹੁਣ ਵੀ ਚੋਣਾਂ ਹੋ ਰਹੀਆਂ 5 ਰਾਜਾਂ 'ਚ। ਤੇ ਉਦੋਂ ਕਾਂਗਰਸ ਜਿਹੜੇ ਅਭਿਸ਼ੇਕ ਮਨੂ ਸਿੰਘਵੀ ਦੇ ਵਿੱਚ ਇਹ ਗੱਲ ਰਹਿ ਗਈ, ਉਹ ਕਹਿੰਦੇ ਵੇ ਚੰਗਾ ਹੁੰਦਾ ਵੀ ਆ ਚੋਣਾਂ ਲੰਘਣ ਦਿੰਦੇ। ਅੱਛਾ ਜੀ। ਫੇਰ ਕੋਈ ਗੱਲ ਕਰਦੇ ਵੀ ਆਪਾਂ ਇਕਜੁੱਟ ਹੋ ਕੇ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਨੂੰ ਜਿਤਾਈਏ, ਤੇ ਫੇਰ ਕੋਈ ਤੁਸੀਂ ਗੱਲ ਤੁਹਾਡੇ 'ਚ ਨਾਰਾਜ਼ਗੀ ਹੈਗੀ ਫੇਰ ਕਰਾਂਗੇ। ਤੇ ਜੇ ਇਹੋ ਜਿਹਾ ਕੰਮ ਪਹਿਲਾਂ ਦੱਸਿਆ ਹੁੰਦਾ ਉਹਨਾਂ ਨੂੰ, ਇੰਨਾ ਚਿਰ ਹੋ ਗਿਆ ਰਾਜ ਸਭਾ ਤੋਂ ਰਿਟਾਇਰ ਹੋਇਆਂ ਨੂੰ, ਉਦੋਂ ਵੀ ਤਾਂ ਮਨਾ ਸਕਦੇ ਸੀ ਉਹਨਾਂ ਨੂੰ ਜਾ ਕੇ। ਕਾਂਗਰਸ ਆਪ ਵੀ ਬਹੁਤੀ ਗੰਭੀਰ ਨਹੀਂ ਹੈਗੀ ਵੀ ਅਸੀਂ ਜਿਹੜੇ ਨਾਰਾਜ਼ ਹੋਏ ਆਗੂ ਨੂੰ ਮਨਾ ਕੇ ਲਿਆਈਏ, ਜਾਂ ਜੋ ਸਾਡੀ ਹਾਲਤ ਇਸ ਵੇਲੇ ਪਤਲੀ ਹੋਈ ਪਈ ਆ, ਵਿਰੋਧੀ ਧਿਰ ਨਾਂ ਦੀ ਚੀਜ਼ ਕੋਈ ਹੈ ਨਹੀਂ ਸਰਕਾਰ ਦੇ ਵਿੱਚ, ਦੇਸ਼ ਵਿੱਚ, ਉਹਨੂੰ ਅਸੀਂ ਕਿਵੇਂ ਹੋਰ ਮਜ਼ਬੂਤ ਕਰੀਏ, ਇਹ ਉਹਨਾਂ ਦੇ ਵਿੱਚ ਗੰਭੀਰਤਾ ਹੈ ਨਹੀਂ। ਇਹੀ ਕਾਰਨ ਆ ਵੀ ਉਹ 1-2 ਸਟੇਟਾਂ 'ਚ ਆਪਦੀ ਸਰਕਾਰ ਗਵਾ ਚੁੱਕੀ ਆ। ਰਾਜਸਥਾਨ ਦੇ ਵਿੱਚ ਜੇ ਬਚ ਗਈ ਸੀ ਤਾਂ ਵੀ ਅਸ਼ੋਕ ਗਹਿਲੋਤ ਦੀ ਆਪਣੀ ਜਿਹੜੀ ਆ ਕਾਰਗੁਜ਼ਾਰੀ ਸਿਰ ਤੇ ਜਾਂ ਆਪਣੀ ਸੂਝ-ਬੂਝ ਸਿਆਣਪ ਦੇ ਸਿਰ ਤੇ ਬਚੀ ਸੀ, ਨਹੀਂ ਤਾਂ ਸਰਕਾਰ ਉੱਥੇ ਵੀ ਚੱਲ ਗਈ ਸੀ। ਹੁਣ ਪੁਡੂਚੇਰੀ ਵੀ ਚੱਲ ਗਈ ਆ, ਉੱਥੇ ਵੀ 4-5 ਵਿਧਾਇਕ ਇਹਨਾਂ ਦੇ ਚੱਲ ਗਏ। ਕਿਸੇ ਨਾਲ ਇਹਨਾਂ ਦਾ ਰਾਬਤਾ ਹਾਈ ਕਮਾਂਡ ਦਾ ਬਹੁਤਾ ਨਹੀਂ ਹੁੰਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਵੀ ਦੇਖ ਲਓ ਕੀ ਹਾਲ ਹੋਣਾ। ਪ੍ਰਗਟ ਸਿੰਘ ਹੁਣੀ ਉੱਠ ਖੜੇ ਆ, ਉਧਰ ਸਿੱਧੂ ਸਾਹਿਬ ਉੱਠ ਖੜਨੇ ਆ, ਤੇ 4-5 ਵਿਧਾਇਕ ਹੋਰ ਜੇ ਰਲ ਗਏ ਤੇ ਉਹਨਾਂ ਨੇ ਕੈਪਟਨ ਸਾਹਿਬ ਤੇ ਜਿਹੜੇ ਸਵਾਲ ਸ਼ੁਰੂ ਕਰ ਦਿੱਤੇ ਵੀ 4 ਸਾਲ 'ਚ ਦੱਸ ਤੁਸੀਂ ਕੀ ਕੀਤਾ, ਹੁਣ 5ਵੇਂ ਸਾਲ 'ਚ ਕੀ ਕਰ ਰਹੇ ਆ, ਤੇ ਅਸੀਂ ਜਾ ਕੇ ਵੋਟਾਂ ਕਿਵੇਂ ਲਵਾਂਗੇ। ਹਰੇਕ ਸਟੇਟ ਦੇ ਵਿੱਚ ਕਾਂਗਰਸ ਦਾ ਇਹ ਹਾਲ ਆ। ਜੇ ਨਾਰਾਜ਼ਗੀ ਨੂੰ ਹੁਣ ਨਹੀਂ ਸਾਂਭਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਕਾਂਗਰਸ ਨੂੰ ਹੋਰ ਵੀ ਬੁਰੇ ਦਿਨ ਦੇਖਣ ਨੂੰ ਮਿਲਣਗੇ। ਤੇ ਇਸ ਵੇਲੇ ਬੰਗਾਲ ਦੀ ਗੱਲ ਕਰੀਏ ਤੇ ਬੰਗਾਲ 'ਚ ਤੀਜਾ ਫਰੰਟ ਨਜ਼ਰ ਆਉਂਦਾ ਪਿਆ ਜੀ, ਕਿੱਥੇ ਖੜਾ ਹੈ ਉਹ? ਤੀਜਾ ਮੋਰਚੇ ਦੇ ਵਿੱਚ ਖੱਬੇ ਪੱਖੀਆਂ ਪਾਰਟੀਆਂ ਵੀ ਹੈਗੀਆਂ, ਪਲੱਸ ਕਾਂਗਰਸ ਵੀ ਹੈਗੀ ਵਿੱਚ, ਉਹਦੇ ਆ ਡੀ ਰਾਜਾ ਯੋਚਿਰੀ ਹੁਣੀ ਸਾਰੇ ਆ। ਉੱਥੇ ਮੁਕਾਬਲਾ ਮੇਨ ਤਾਂ ਮੰਨਿਆ ਜਾਂਦਾ ਸਿਰਫ ਭਾਜਪਾ ਔਰ ਤ੍ਰਿਣਮੂਲ ਕਾਂਗਰਸ ਜਿਹੜੀ ਆ ਮਮਤਾ ਬੈਨਰਜੀ ਦੇ ਵਿਚਕਾਰ ਆ। ਹੁਣ ਤੀਜਾ ਮੋਰਚਾ ਉਹਦੇ ਵਿੱਚ ਆਪਣੀ ਤਾਕਤ ਦਿਖਾਉਣ ਵੱਲ ਤੁਰ ਪਿਆ। ਤੀਜੇ ਮੋਰਚੇ ਨੂੰ ਆਪਾਂ ਦਰਕਨਾਰ ਨਹੀਂ ਕਰ ਸਕਦੇ ਕਿਉਂਕਿ ਉੱਥੇ ਜੋਤੀ ਬਾਸੂ ਵਰਗੇ ਆਗੂਆਂ ਨੇ 25 ਸਾਲ ਰਾਜ ਕੀਤਾ, ਔਰ ਹੁਣ ਵੀ ਉਹ ਉੱਥੇ ਮਜ਼ਬੂਤੀ ਦਿਖਾ ਰਿਹਾ, ਔਰ ਉਹਨਾਂ ਨੇ ਬਹੁਤ ਵੱਡੀ ਰੈਲੀ ਕੀਤੀ ਆ, ਆਪਣਾ ਤਾਕਤ ਦਾ ਪ੍ਰਦਰਸ਼ਨ ਕੀਤਾ, ਦਿਖਾਲਿਆ। ਇਹ ਤੀਜਾ ਮੋਰਚਾ ਭਾਜਪਾ ਦੀ ਗੇਮ ਵੀ ਵਿਗਾੜ ਸਕਦਾ ਤੇ ਤ੍ਰਿਣਮੂਲ ਦੀ ਗੇਮ ਵੀ ਵਿਗਾੜ ਸਕਦਾ। ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਦੇਖਾਂਗੇ ਕਿ ਚੋਣਾਂ ਦੇ ਨਤੀਜੇ ਕਿਸ ਵੱਲ ਨੂੰ ਜਾਂਦੇ ਆ। ਜੀ ਤੇ ਅਵਤਾਰ ਜੀ, ਮੁੱਦੇ ਤਾਂ ਬੜੇ ਨੇ ਵਿਚਾਰਨ ਵਾਲੇ, ਪਰ ਇਸ ਵੇਲੇ ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਸਟੂਡੀਓ 'ਚ ਆਏ, ਵਿਸਥਾਰ ਨਾਲ ਸਾਰੇ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਸਿਲਸਿਲੇ ਨਾਲ ਜੁੜਨ ਲਈ।